ਅਮਰਦਾਸ ਗੁਰ ਹਿਰਦੈ ਨਿਤ ਧਿਆਵੋ ਜੀ, ਹਿਰਦੈ ਨਿਤ ਧਿਆਵੋ। ਸ੍ਰੀ ਗੁਰ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਹਰ ਗੋਬਿੰਦ ਸੁਭ ਸਮਤ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਜ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਸ਼੍ਰੀ ਨਾਨਕ ਸੁਖ ਸਿੰਧ ਕੋ, ਹਾਥ ਜੋਰ ਪ੍ਰਣਾਮ। ਜਿਸ ਕਰਨਾ ਤੇ ਵੱਡ ਅਗੀ, ਪਾਵਹਿ ਗਤ ਬਿਸਰਾਮ। ਸ਼੍ਰੀ ਨਾਨਕ ਸੁਖ ਸਿੰਧ ਕੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਭਗਤ ਵਛਲ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਪੰਥ ਦੇ ਵਾਲੇ, ਸਾਹਿਬੇ ਕਮਾਲ, ਅੰਮ੍ਰਿਤ ਕੇ ਦਾਤੇ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਦਸੇ ਗੁਰੂ ਸਾਹਿਬਾਨਾਂ ਦੀ ਆਤਮਿਕ ਜੋਤ, ਜਾਗਦੀ ਜੋਤ। ਚਵਰ ਛਤਰ ਸਿੰਘਾਸਣ, ਤਖਤ ਦੇ ਮਾਲਕ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਸਾਜੀ ਨਿਵਾਜੀ, ਗੁਰੂ ਖਾਲਸਾ ਗੁਰੂ ਪਿਆਰੇ, ਗੁਰੂ ਸਵਾਰੀ ਸਾਧ ਸੰਗਤ ਜੀਓ। ਆਪ ਗੁਰੂ ਕੀਆਂ ਸੰਗਤਾਂ, ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਵਿਖੇ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਕੇ ਲਾਹਾ ਪ੍ਰਾਪਤ ਕਰ ਰਹੇ ਹੋ। ਮਹਾਰਾਜ ਜੀ ਦੀ ਕਿਰਪਾ ਸਦਕਾ ਚੱਲ ਰਹੇ ਗੁਰ ਇਤਿਹਾਸ ਦੀ ਲੜੀਵਾਰ ਕਥਾ ਦਾ ਸਮਾਂ ਹੋਇਆ ਹੈ। ਜਿਵੇਂ ਆਪ ਜੀ ਨੇ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕੀਤਾ ਸੀ ਕਿ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਇਕਾਂਤ ਵਿੱਚ ਘਰ ਬਿਰਾਜਮਾਨ ਲੇਟੇ ਰਹਿੰਦੇ ਆ, ਵਸਤਰ ਲੈ ਕੇ। ਨਾ ਕਿਸੇ ਨਾਲ ਬੋਲਦੇ ਹੈ, ਨਾ ਕੋਈ ਬਚਨ ਵਿਲਾਸ ਕਰਦੇ ਹੈ। ਮਾਤਾ ਜੀ ਦੇਖ ਕੇ ਬੜੇ ਚਿੰਤਤ ਹੋਏ ਹੈ, ਬਾਰ ਬਾਰ ਬੁਲਾਉਂਦੇ ਹੈ। ਫਿਰ ਵੀ ਮਹਾਰਾਜ ਕੋਈ ਬਚਨ ਨਹੀਂ ਕਰਦੇ ਆਪਣੇ ਮੁਖੋਂ। ਅਖੀਰੇ ਮਾਤਾ ਜੀ ਨੇ ਬਾਬਾ ਕਲਿਆਣ ਚੰਦ ਜੀ ਨੂੰ ਕਿਹਾ ਹੈ ਕਿ ਵੇਖੋ, ਸਾਡੇ ਘਰ ਇੱਕੋ ਇੱਕ ਸਪੁੱਤਰ ਹੈ, ਉਹ ਵੀ ਇਵੇਂ
ਜਿਹੜੇ ਰੋਗ ਦੇ ਸਹਿਤ ਹੋਏ ਹੈ, ਸਾਨੂੰ ਉਹਨਾਂ ਦੀ ਕੋਈ ਦਵਾਈ ਦਾਰੂ ਕਰਨੀ ਚਾਹੀਦੀ ਹੈ, ਰੋਗ ਵੇਖਣਾ ਚਾਹੀਦਾ ਹੈ। ਜਿਹੜੇ ਗਵਾਂਢੀ ਸਨ, ਸਕੇ ਸੰਬੰਧੀ, ਭਾਈਚਾਰਾ, ਸ਼ਰੀਕਾ ਆਦਿਕ, ਉਹ ਵੀ ਇਵੇਂ ਆਉਂਦੇ ਹੈ। ਕਹਿੰਦੇ ਕਿ ਕਲਿਆਣ ਚੰਦ ਪੈਸੇ ਦੇ ਨਾਲ ਤੂੰ ਬਹੁਤਾ ਪ੍ਰੇਮੀ ਪਿਆਰਾ ਹੋਇਆ ਹੈ, ਇੱਕੋ ਇੱਕ ਪੁੱਤਰ ਹੈ, ਉਹਦੇ ਵੱਲ ਤੁਸੀਂ ਵੇਖਦੇ ਨਹੀਂ ਹੋ, ਕਿਵੇਂ ਉਹ ਰੋਗੀ ਹੋ ਕੇ ਪਏ ਰਹਿੰਦੇ ਹੈ। ਜੋ ਵੱਡੇ ਹੋ ਜਾਣਗੇ, ਠੀਕ ਰਹਿਣਗੇ ਅਤੇ ਤੁਹਾਨੂੰ ਬਹੁਤ ਪੈਸਾ ਕਮਾ ਕੇ ਦੇਣਗੇ। ਕਈ ਬੋਲੀਆਂ ਹੈ, ਉਹ ਤਰਕਾਂ ਜੀਆਂ ਸੁਣ ਕੇ, ਬੋਲੀਆਂ ਜੀਆਂ ਸੁਣ ਕੇ ਬਾਬਾ ਕਲਿਆਣ ਚੰਦ ਜੀ ਨੇ ਆਪਣੇ ਭਰਾ ਨੂੰ, ਬਾਬਾ ਲਾਲੂ ਚੰਦ ਜੀ ਨੂੰ ਕਿਹਾ ਹੈ ਕਿ ਹਰਦਾਸ ਵੈਦ ਨੂੰ ਬੁਲਾਓ। ਹਰਦਾਸ ਵੈਦ ਨੂੰ ਬੁਲਾ ਕੇ ਲਿਆਂਦਾ। ਸਤਿਗੁਰੂ ਜੀ ਦੀ ਜਿੱਥੇ ਗੁਰੂ ਜੀ ਬਿਰਾਜੇ ਸਨ, ਉੱਥੇ ਆ ਕੇ ਹਰਦਾਸ ਵੈਦ ਗੁਰੂ ਨਾਨਕ ਸਾਹਿਬ ਜੀ ਦੇ ਉੱਪਰੋਂ ਐਵੇਂ ਵਸਤਰ ਉਤਾਰ ਕਰਕੇ ਨਬਜ਼ ਫੜ ਕੇ ਦੇਖਣ ਲੱਗਾ ਹੈ। ਕਿਉਂਕਿ ਪਹਿਲਾਂ ਹੁਣ ਤੇ ਆ ਨਵਾਂ ਜ਼ਮਾਨਾ, ਨਵਾਂ ਤਰੀਕਾ ਆ ਗਿਆ ਹੈ। ਬੁਖਾਰ ਆਦਿਕ ਦੇਖਣਾ ਹੋਵੇ ਤੇ ਥਰਮਾਮੀਟਰ ਆ ਗਏ ਹਨ। ਜੇ ਖੂਨ ਖਾਣ ਦਾ ਟੈਸਟ ਕਰਨਾ ਹੈ ਤਾਂ ਵੀ ਉਹ ਸੂਈ ਜੀ ਮਾਰ ਕੇ ਖੂਨ ਦਾ ਥੋੜ੍ਹਾ ਅੰਸ਼ ਜਿਹਾ ਲੈ ਕੇ ਉਹ ਲੈਬੋਰਟਰੀ ਵਿੱਚ ਪਾ ਕੇ ਦੇਖ ਲੈਂਦੇ ਹੈ। ਪਹਿਲਾਂ ਸਮਿਆਂ ਵਿੱਚ ਕੋਈ ਵੀ ਰੋਗ ਜਿਹੜਾ ਵੇਖਿਆ ਜਾਂਦਾ ਸੀ, ਵੈਦ ਹਕੀਮ ਲੋਕ ਨਬਜ਼ ਤੋਂ ਹੀ ਦੇਖਦੇ ਸਨ, ਜਾਂ ਸਰੀਰ ਦੀ ਸਾਨੀ ਕਰਕੇ। ਅੱਖਾਂ ਨੂੰ ਵੇਖ ਲੈਣਾ, ਨਹੁੰਾਂ ਤੋਂ ਵੇਖ ਲੈਣਾ, ਜੇ ਨਹੁੰ ਬਹੁਤੇ ਲਾਲ ਜੇ ਹੈ, ਅੱਖਾਂ ਲਾਲ ਹੈ ਜਾਂ ਚਿੱਟੀਆਂ ਦਿਖਣੀਆਂ, ਕਾਲਾਪਣ ਦੇਖਣਾ, ਅਤੇ ਰੋਗ ਦੱਸ ਦੇਣਾ ਵੀ ਫਲਾਣਾ ਰੋਗ ਹੈ। ਜੇ ਅੱਖਾਂ ਵਿੱਚ ਕਾਲਾਪਣ ਜਿਹਾ ਦੇਖਣਾ ਚਿੱਟੇ ਸਥਾਨ 'ਤੇ, ਉਹ ਪਤਾ ਲਾ ਲੈਣਾ ਕਿ ਇਸ ਨੂੰ ਪਿੱਤ ਗਰਮੀ ਹੋ ਗਈ ਹੈ, ਪੀਲਾਪਣ ਜਿਹਾ ਦੇਖ ਕੇ। ਜੇ ਅੱਖਾਂ ਚਿੱਟੀਆਂ ਦੇਖਣੀਆਂ ਵੀ ਚਿੱਟੀਆਂ ਜਿਹੀਆਂ ਹੋਈਆਂ ਪਈਆਂ ਹੈ, ਫਿਰ ਉਹ ਸਮਝ ਲੈਣਾ ਵੀ ਬਲਗਮ ਵਧੀ ਹੋਈ ਹੈ। ਜੇ ਲਾਲੀ ਦੇਖਣੀ, ਫਿਰ ਉਹ ਪਤਾ ਲੱਗ ਜਾਂਦਾ ਸੀ ਹਕੀਮ ਵੈਦ ਨੂੰ ਕਿ ਇਹਨੂੰ ਵਾਈ ਵਾਦੀ ਵਧੀ ਹੋਈ ਹੈ, ਵਾਈ ਹੋਈ ਜ਼ਿਆਦਾ। ਜਾਂ ਸਰੀਰ ਦੀ ਸਾਨੀ ਕਰ ਲੈਣੀ, ਸਾਰੇ ਸਰੀਰ ਨੂੰ ਵੇਖ ਦੇਖ ਕੇ ਦਦਰਾਂ, ਲੂਤਾਂ ਆਦਿ ਫੋੜੇ ਫਿਣਸੀ ਜੇ ਹੋਏ ਹੈ, ਅਤੇ ਫਿਰ ਸਮਝ ਜਾਣਾ ਕਿ ਖੂਨ ਦੀ ਖਰਾਬੀ ਹੈ। ਹੁਣ ਤਾਂ ਖੂਨ, ਪਿਸ਼ਾਬ ਆਦਿਕ ਟੈਸਟ ਕਰ ਲੈਂਦੇ ਉਹ ਲੈਬੋਰਟਰੀਆਂ ਵਿੱਚ ਮਸ਼ੀਨਾਂ ਜੀਆਂ ਨਾਲ। ਜਦੋਂ ਰੋਗ ਦਾ ਬਹੁਤਾ ਪਤਾ ਨਾ ਲੱਗਣਾ ਤਾਂ ਉਹ ਪਿਸ਼ਾਬ ਦੀ ਪਰਖ ਕਰ ਲੈਣੀ, ਸਰੋਂ ਦੇ ਤੇਲ ਜਿਹਾ ਪਾ ਲੈਣਾ ਐਵੇਂ ਭਾਂਡੇ ਵਿੱਚ, ਉਹ ਛੰਨੇ ਜਿਹੇ ਰਾਹੀਂ ਪਰਖ ਕਰਕੇ ਦੇਖ ਲੈਣਾ। ਜਿਹੋ ਜਿਹਾ ਕੋਈ ਰੋਗ ਹੋਣਾ, ਉਹੋ ਜਿਹਾ ਹੀ ਉਹ ਆਕਾਰ ਬਣ ਜਾਂਦਾ ਸੀ। ਜੈਸਾ ਰੋਗ ਹੈ ਐਸਾ ਉਹ ਸਰੋਂ ਦੇ ਤੇਲ ਵਿੱਚ ਜਿਹੜਾ ਪਿਸ਼ਾਬ ਜਿਹਾ ਉੱਤੋਂ ਪਤਾ ਲੱਗ ਜਾਂਦਾ ਸੀ ਆਕਾਰ ਤੋਂ ਵੀ ਫਲਾਣਾ ਰੋਗ ਹੈ। ਵੈਦ ਦੱਸ ਦਿੰਦੇ ਸੀ ਕਿ ਉਹ ਹਟ ਜਾਵੇਗਾ, ਹਟਣ ਵਾਲਾ ਕਿ ਨਹੀਂ ਹਟਣ ਵਾਲਾ, ਅਸਾਧ ਰੋਗ ਹੈ। ਫਿਰ ਉਹ ਇਹਨਾਂ ਦੋਸ਼ਾਂ ਤੋਂ ਹੀ ਪਤਾ ਲਾ ਲਿਆ ਜਾਂਦਾ ਸੀ ਵੀ ਰੋਗ ਤੇ ਅਸਾਧ ਹੈ। ਹੁਣ ਇਹ ਰੋਗ ਵਿੱਚ ਗਰਸਿਆ ਗਿਆ ਹੈ, ਇਹਦੀ ਕਿੰਨੇ ਸਮੇਂ ਤੱਕ ਮੌਤ ਹੋ ਸਕਦੀ ਹੈ। ਉਹ ਐਵੇਂ ਰੋਗੀ ਨੂੰ ਪੁੱਛਿਆ ਜਾਂਦਾ ਸੀ ਆਕਾਸ਼ ਮੰਡਲ 'ਚ ਰਾਤ ਦੇ ਸਮੇਂ, ਵੀ ਆ ਦੱਸ ਆਕਾਸ਼ ਮੰਡਲ ਵਿੱਚ ਵੇਖ ਕਿੰਨੇ ਚੰਦਰਮਾ ਹੈ। ਪਤਾ ਲਾ ਲੈਂਦੇ ਸੀ ਵੀ ਇਹਦੀ ਮੌਤ ਕਿੰਨੇ ਕੁ ਦਿਨਾਂ ਨੂੰ ਹੋ ਜਾਣੀ। ਕਿਉਂਕਿ ਜਦੋਂ
ਮੌਤ ਹੋਣ ਵਾਲੀ ਹੁੰਦੀ ਉਦੋਂ ਦ੍ਰਿਸ਼ਟੀ 'ਚ ਦੋਸ਼ ਆ ਜਾਂਦਾ ਹੈ ਦੇਖਣ 'ਚ। ਸ਼ਿਵ ਪੁਰਾਣ ਵਿੱਚ ਵੀ ਇਵੇਂ ਬੜੇ ਲੱਛਣ ਦੱਸੇ ਹੋਏ ਆ। ਜਦੋਂ ਮੌਤ ਆਉਣ ਲੱਗਦੀ ਹੈ ਮਨੁੱਖ ਨੂੰ ਕੁਝ ਉਹਦੇ ਚਿੰਨ੍ਹ ਨਜ਼ਰ ਆ ਜਾਂਦੇ ਹੈ ਕੁਝ ਸਮਾਂ ਪਹਿਲਾਂ, ਪਰ ਉਹ ਇਹਨਾਂ ਗੱਲਾਂ ਦੀ ਬੰਦੇ ਨੂੰ ਗਿਆਤ ਨਹੀਂ ਹੈ। ਉਹਨੂੰ ਉਵੇਂ ਲੱਗਦਾ ਕਿ ਮੇਰੀ ਨਿਗਾਹ 'ਚ ਫਰਕ ਪੈ ਗਿਆ ਹੈ ਲੱਗਦਾ। ਉਹ ਵੈਦ ਪੁੱਛ ਲੈਂਦੇ ਸੀ ਵੀ ਆਹ ਦੱਸੋ ਕਿੰਨੇ ਚੰਦਰਮਾ ਹੈ, ਚੰਦਰਮਾ ਵੱਲ ਵੇਖ। ਉਹ ਜਿਹੜਾ ਦੱਸਦਾ ਹੁੰਦਾ ਸੀ ਜਿਹਦੇ ਦੋਸ਼ ਹੁੰਦਾ ਸੀ ਰੋਗ ਵਿੱਚ ਗਰਸਿਆ, ਉਹ ਕਹਿ ਦਿੰਦਾ ਹੁੰਦਾ ਸੀ ਵੀ ਐਵੇਂ ਉਹਨੂੰ 2 ਚੰਦਰਮਾ ਨਜ਼ਰ ਆਉਂਦੇ, ਦ੍ਰਿਸ਼ਟੀ ਦੋਸ਼ ਹੋ ਜਾਂਦਾ। ਜਦੋਂ ਕਵੇ ਵੀ ਮੈਨੂੰ 2-3 ਚੰਦਰਮਾ ਦਿਖਾਈ ਦੇ ਰਹੇ ਹੈ ਆਕਾਸ਼ ਵਿੱਚ, ਫਿਰ ਉਹ ਵੈਦ ਕਹਿ ਦਿੰਦਾ ਸੀ ਘਰ ਵਾਲਿਆਂ ਨੂੰ ਕਿ ਹੁਣ 2-2 3-3 ਚੰਦਰਮਾ ਇਹ ਦੱਸ ਰਿਹਾ, ਇਹਦੇ ਦਿਨ ਹੁਣ ਥੋੜ੍ਹੇ ਹੈ, ਜਿਹੜੀ ਸੇਵਾ ਕੋਈ ਕਰਨੀ ਹੋ ਕੁਝ ਦਿਨਾਂ ਦੀ ਕਰਨੀ ਉਹ ਕਰ ਲਓ। ਇਵੇਂ ਸਾਰੇ ਅਨੁਮਾਨ ਨਬਜ਼ ਤੋਂ ਹੀ ਦੇਖ ਲਏ ਜਾਂਦੇ ਸੀ ਕਿ ਗਰਮੀ ਵਧੀ ਹੈ, ਖੂਨ 'ਚ ਖਰਾਬੀ ਹੈ, ਬਲਗਮ ਵਧੀ ਹੈ ਕਿ ਵਾਈ ਵਧੀ ਹੈ। ਹਰਦਾਸ ਵੈਦ ਨੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਇਵੇਂ ਦੇਖ ਕੇ ਨਬਜ਼ ਜਿਹੜੀ ਫੜੀ ਆਪਣੇ ਹੱਥ ਵਿੱਚ ਤੇ ਰੋਗ ਵੇਖਣ ਲੱਗਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਆਪਣਾ ਹੱਥ ਪਿਛਾਂਹ ਵੱਲ ਖਿੱਚ ਲਿਆ ਤੇ ਕਿਹਾ, ਵੈਦ ਸਾਹਿਬ ਜੀ, ਹਰਦਾਸ ਵੈਦ ਜੀ, ਤੁਹਾਡੇ ਜੀਵ ਵਿੱਚ ਕੀ ਹੈ, ਤੁਸੀਂ ਗੱਲ ਦੱਸੋ ਆਪਣੀ। ਕਹਿਣ ਲੱਗੇ, ਮਹਾਰਾਜ ਤੁਹਾਡਾ ਅਸੀਂ ਰੋਗ ਦੇਖ ਰਹੇ ਹਾਂ, ਤੁਹਾਨੂੰ ਕੀ ਤਕਲੀਫ ਕੀ ਪੀੜਾ ਹੈ, ਜਿਹੜਾ ਕੁਝ ਖਾਂਦੇ ਪੀਂਦੇ ਨਹੀਂ, ਕਿੰਨੇ ਦਿਨਾਂ ਤੋਂ ਇਕੱਲੇ ਲੇਟੇ ਰਹਿੰਦੇ ਸ਼ਾਂਤੀ ਨਾਲ, ਤੁਹਾਡਾ ਰੋਗ ਦੇਖਣਾ ਹੈ, ਐਵੇਂ ਨਬਜ਼ ਤੋਂ ਪਤਾ ਲਾ ਲਵਾਂਗੇ ਅਸੀਂ ਤੁਹਾਨੂੰ ਕੀ ਰੋਗ ਹੈ। ਮਹਾਰਾਜ ਕਹਿਣ ਲੱਗੇ ਵੀ ਵੈਦ ਜੀ, ਪਹਿਲਾਂ ਤੁਸੀਂ ਆਪਣੇ ਰੋਗ ਨੂੰ ਕੀ ਪਛਾਣ ਲਿਆ ਹੈ ਜੋ ਤੁਹਾਨੂੰ ਰੋਗ ਲੱਗਾ ਹੋਇਆ। ਹਰਦਾਸ ਵੈਦ ਕਹਿੰਦਾ, ਮਹਾਰਾਜ ਉਹ ਕਿਹੜਾ ਰੋਗ ਹੈ। ਗੁਰੂ ਜੀ ਕਹਿੰਦੇ, ਜਿਹੜਾ ਮੇਰੀ ਹਉਮੈ ਦਾ ਰੋਗ ਹੈ। ਜਿਸ ਰੋਗ ਨੂੰ ਤੁਸੀਂ ਪਤਾ ਲਾ ਲਿਆ ਹੈ ਤੇ ਫਿਰ ਤੇ ਤੁਸੀਂ ਵੈਦ ਹੋ। ਬਾਕੀ ਜਿਹੜੀ ਅੰਦਰ ਦੀ ਪੀੜਾ ਹੈ, ਹਿਰਦੇ ਦੀ ਪੀੜਾ, ਉਹ ਨਬਜ਼ ਤੋਂ ਕਿਵੇਂ ਪਤਾ ਲੱਗੇ। ਵੈਦ ਬੁਲਾਇਆ ਵੈਦਗੀ, ਪਕੜ ਢੰਡੋਲੇ ਬਾਹ, ਭੋਲਾ ਵੈਦ ਨਾ ਜਾਣੇ, ਕਰਕ ਕਲੇਜੇ ਮਾਹੇ। ਭੋਲਾ ਵੈਦ ਹੈ ਤੂੰ ਹਰਦਾਸ ਵੈਦ, ਤੂੰ ਜਿਹੜੇ ਕਲੇਜੇ ਹਿਰਦੇ ਵਿੱਚ ਤਕਲੀਫ ਪੀੜਾ ਉਹਨੂੰ ਤੂੰ ਨਹੀਂ ਜਾਣਦਾ ਹੈ, ਨਬਜ਼ ਨੂੰ ਫੜ ਕੇ ਦੇਖ ਰਿਹਾ ਹੈ। ਮਨ ਦੀ ਹਿਰਦੇ ਦੀ ਪੀੜਾ ਉਹ ਨਬਜ਼ ਕਿਵੇਂ ਦੱਸੇ। ਹਰਦਾਸ ਵੈਦ ਸਤਿਗੁਰ ਜੀ ਨੂੰ ਕਹਿਣ ਲੱਗਾ, ਮਹਾਰਾਜ ਆਪ ਜੀ ਨੂੰ ਕੀ ਦੁੱਖ ਹੈ, ਆਪ ਖੋਲ੍ਹ ਕੇ ਦੱਸੋ। ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ, ਹਰਦਾਸ ਵੈਦ, ਜੇ ਇੱਕ ਦੁੱਖ ਹੋਵੇ ਤੇ ਦਸੀਏ। ਇਹ ਜੀਵ ਨੂੰ ਤੇ ਸਰੀਰ ਵਿੱਚ ਆਇਆ ਦੁੱਖ ਹੀ ਦੁੱਖ ਹੈ। ਮਹਾਰਾਜ ਆਪਣੀ ਜ਼ੁਬਾਨੀ ਦੱਸੋ, ਤੁਹਾਡਾ ਇਲਾਜ ਕਰੀਏ। ਇੱਥੇ ਤੇ ਉਹ ਇੱਕ ਸਲੋਕ ਗੁਰੂ ਨਾਨਕ ਸਾਹਿਬ ਜੀ ਦਾ ਤੇ ਇੱਕ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਆਇਆ ਹੈ ਇਤਿਹਾਸ ਵਿੱਚ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼ਬਦ ਅੰਕਿਤ ਹੈ ਮਲਾਰ ਰਾਗ ਵਿੱਚ 1257 ਅੰਗ 'ਤੇ। ਜਦੋਂ ਹਰਦਾਸ ਵੈਦ ਨੇ ਕਿਹਾ ਵੀ ਮਹਾਰਾਜ ਤੁਹਾਨੂੰ ਕੀ ਦੁੱਖ ਹੈ, ਗੁਰੂ ਜੀ ਕਹਿੰਦੇ ਦੁੱਖ ਹੀ ਦੁੱਖ ਹੈ ਬਹੁਤ, ਇਸ ਸਰੀਰ ਨੂੰ ਇਸ ਜੀਵ ਨੂੰ। ਕਹਿੰਦੇ ਆਪਣੇ ਜ਼ੁਬਾਨੀ ਦੱਸੋ ਤਾਂ ਜੋ ਤੁਹਾਡਾ ਇਲਾਜ ਕਰੀਏ। ਤੇ ਮਹਾਰਾਜ ਨੇ ਬਚਨ ਉਚਾਰਨ ਕੀਤਾ। ਮਲਾਰ ਰਾਗ ਦੇ ਵਿੱਚ ਉਹ ਸ਼ਬਦ ਆਉਂਦਾ ਹੈ, ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗੈ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਵੈਦ ਨਾ ਭੋਲੇ ਦਾਰੂ ਲਾਏ, ਦਰਦ ਹੋਵੈ ਦੁੱਖ ਰਹਿ ਸਰੀਰ, ਐਸਾ ਦਾਰੂ ਲੱਗੈ ਨਾ ਵੀਰ। ਖਸਮ ਵਿਸਾਰ ਕੀਏ ਰਸ ਭੋਗ, ਤਾਂ ਤਨ ਉਠ ਖਲੋਏ ਰੋਗ, ਮਨ ਅੰਧੇ ਕੋ ਮਿਲੈ ਸਜਾਏ, ਵੈਦ ਨਾ ਭੋਲੇ ਦਾਰੂ ਲਾਏ।
चंदन का फल चंदन वास, मानस का फल कट मह सास। सास गए काया ढल पाए, ताके पाछे कोई न खाए। कंचन काया निर्मल हंस, जिसमें नाम निरंजन अंश। दुख रोग सब गया गवाए, नानक छूट साचे नाए। ਇਹ ਮਲਾਰ ਰਾਗ ਵਿੱਚ ਸ਼ਬਦ ਉਚਾਰਨ ਕੀਤਾ। ਗੁਰੂ ਜੀ ਕਹਿੰਦੇ ਜਿਹੜਾ ਵਾਹਿਗੁਰੂ ਪਰਮੇਸ਼ਰ ਨੂੰ ਵਿਛੋੜਾ ਕਰ ਲੈਣਾ ਇਹ ਸਭ ਤੋਂ ਵੱਡਾ ਦੁੱਖ ਹੈ। ਇੱਕ ਦੁੱਖ ਹੈ ਭੁੱਖ ਦਾ, ਸਵੇਰੇ ਖਾਧੀ ਹੈ ਸ਼ਾਮ ਨੂੰ ਫੇਰ ਭੁੱਖ, ਸ਼ਾਮ ਨੂੰ ਖਾ ਕੇ ਸੁੱਤੇ ਸਵੇਰੇ ਉੱਠਦਿਆਂ ਫੇਰ ਭੁੱਖ। ਇਹ ਬੜੀ ਭੁੱਖ ਦੀ ਪੀੜਾ ਹੈ। ਕਈ ਦਰਦ ਸਹਿਣੇ ਪੈਂਦੇ, ਕਈ ਗੱਲਾਂ ਸਹਿਣੀਆਂ ਪੈਂਦੀਆਂ ਹੈ। ਇੱਕ ਇਹ ਬੜੀ ਭੁੱਖ ਦਾ ਬੜਾ ਦੁੱਖ ਹੈ ਵੱਡਾ। ਇੱਕ ਦੁੱਖ ਸਖਤ ਵਾਰ ਜਮਦੂਤ। ਇੱਕ ਦੁੱਖ ਹੈ ਜਦੋਂ ਮਨੁੱਖ ਇੱਥੋਂ ਜਾਂਦਾ ਤੇ ਜਮਦੂਤ ਜਿਹੜਾ ਬੜਾ ਸ਼ਕਤੀ ਵਾਲਾ ਉਹਦੇ ਜਦੋਂ ਮਾਰ ਪੈਂਦੀ ਹੈ, ਇੱਕ ਤੇ ਉਹ ਬੜਾ ਵੱਡਾ ਦੁੱਖ ਹੈ। ਹਰਦਾਸ ਵੈਦ ਜੀ ਇੱਕ ਦੁੱਖ ਰੋਗ ਲੱਗੈ ਤਨ ਧਾਏ। ਇੱਕ ਦੁੱਖ ਹੈ ਹਉਮੈ ਦੇ ਰੋਗ ਦਾ, ਥੋੜ੍ਹਾ ਬਹੁਤਾ ਦੇ ਲੈ ਲੈਣਾ, ਕਿਸੇ ਦਾ ਭਲਾ ਕਰ ਦੇਣਾ ਤੇ ਉੱਡੇ ਫਿਰਨਾ, ਹਉਮੈ ਦਾ ਰੋਗ ਹੈ ਬੜਾ ਵੱਡਾ। ਸਰੀਰ ਨੂੰ ਅਗਿਆਨ ਜਿਹੜਾ ਦੌੜ ਕੇ ਆ ਮਿਲਦਾ, ਇਹ ਵੀ ਬੜਾ ਦੁੱਖ ਹੈ। ਵੈਦ ਨਾ ਭੋਲੇ ਦਾਰੂ ਲਾਏ। ਹਰਦਾਸ ਵੈਦ ਇਹ ਦੁੱਖਾਂ ਦਾ ਤੂੰ ਦਾਰੂ ਤੇ ਨਹੀਂ ਲਾ ਸਕਦਾ ਹੈ, ਇਹ ਦੁੱਖ ਨੂੰ ਤੂੰ ਨਿਵਰਤ ਨਹੀਂ ਕਰ ਸਕਦਾ ਹੈ। ਹਰਦਾਸ ਵੈਦ ਜ਼ਬਰਦਸਤੀ ਗੁਰੂ ਜੀ ਨੇ ਦਵਾ ਦਾਰੂ ਦੇਣ ਲੱਗਾ। ਮਹਾਰਾਜ ਫਿਰ ਕਹਿੰਦੇ ਵੈਦ ਨਾ ਭੋਲੇ ਦਾਰੂ ਲਾਏ। ਭੋਲੇ ਵੈਦ ਤੂੰ ਸਾਨੂੰ ਦਵਾ ਦਾਰੂ ਤੂੰ ਲਾ ਕੇ ਠੀਕ ਨਹੀਂ ਕਰ ਸਕਦਾ, ਕਿਉਂਕਿ ਦਰਦ ਹੋਵੇ ਦੁੱਖ ਰਹਿ ਸਰੀਰ, ਐਸਾ ਦਾਰੂ ਲੱਗੈ ਨਾ ਵੀਰ। ਜਿੰਨਾ ਚਿਰ ਸਰੀਰ ਰਹਿੰਦਾ ਹੈ ਸਰੀਰ ਵਿੱਚ ਕੋਈ ਨਾ ਦੁੱਖ ਦਰਦ ਰਹਿੰਦਾ ਹੀ ਰਹਿੰਦਾ ਹੈ। ਵੀਰ ਹੈ ਭਾਈ ਜਿਹੋ ਜਿਹਾ ਅਸੀਂ ਦਵਾ ਦਾਰੂ ਚਾਹੁੰਦੇ ਹੋ ਉਹ ਤੂੰ ਲਾ ਨਹੀਂ ਸਕਦਾ। ਹਰਦਾਸ ਵੈਦ ਸੱਚੇ ਪਾਤਸ਼ਾਹ ਉਚਾਰਨ ਕਾਦੇ, ਖਸਮ ਵਿਸਾਰ ਕੀਏ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ। ਜਿਹੜਾ ਉਸ ਪਰਮੇਸ਼ਰ ਨੂੰ ਭੁਲਾ ਕੇ ਇਸ ਮਨੁੱਖ ਨੇ ਤਰ੍ਹਾਂ ਤਰ੍ਹਾਂ ਦੇ ਭੋਗ ਵਿਲਾਸ ਕੀਤੇ ਆ, ਤਾਂ ਇਸ ਸਰੀਰ ਵਿੱਚ ਰੋਗ ਉੱਠ ਕੇ ਖਲੋ ਜਾਂਦੇ ਆ, ਤਾਂ ਰੋਗ ਹੁੰਦੇ ਆ। ਮਨ ਅੰਧੇ ਕੋ ਮਿਲੇ ਸਜਾਏ, ਵੈਦ ਨਾ ਭੋਲੇ ਦਾਰੂ ਲਾਏ। ਮਨ ਅੰਧਾ ਗਿਆਨੀ ਬੇਸਮਝ ਹੋ ਕੇ ਵਿਚਰਦਾ ਹੈ ਸਾਰੀ ਜ਼ਿੰਦਗੀ, ਸਜ਼ਾ ਮਿਲਦੀ ਅਖੀਰ ਨੂੰ ਇਹਨੂੰ। ਅਰਦਾਸ ਵੈਦ ਇਸ ਨੂੰ ਤੂੰ ਦਾਰੂ ਨਹੀਂ ਲਾ ਸਕਦਾ ਹੈ। ਇਹ ਗੁਰੂ ਜੀ ਨੇ ਸ਼ਬਦ ਉਚਾਰਨ ਕੀਤਾ। ਫਿਰ ਜਦੋਂ ਇਹ ਸ਼ਬਦ ਉਚਾਰਨ ਕੀਤਾ ਹਰਦਾਸ ਵੈਦ ਕਹਿਣ ਲੱਗਾ ਮਹਾਰਾਜ ਇਹ ਜਿੰਨੇ ਦੁੱਖ ਤੁਸਾਂ ਨੇ ਕਹੇ ਹੋਏ ਤੇ ਸਾਰੇ ਸਤਿਗੁਰੂ ਜੀ ਤਮਾਮ ਜੀਵਾਂ ਨੂੰ ਤੇ ਮੈਨੂੰ ਵੀ ਲੱਗੇ ਹੋਏ ਹੈ। ਤੇ ਗੁਰੂ ਮਹਾਰਾਜ ਮੈਂ ਤੇ ਅਗਿਆਨ ਦੀ ਸੈਦ ਫਿਰ ਰਿਹਾ ਹਾਂ, ਆਪ ਦੱਸੋ ਕਿਹੜੀ ਦਵਾਈ ਹੈ ਜਿਹਦੇ ਨਾਲ ਮੈਂ ਠੀਕ ਹੋ ਸਕਦਾ, ਇਹ ਦੁੱਖ ਮੇਰੇ ਚਲੇ ਜਾਣ। ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਹਰਦਾਸ ਵੈਦ ਇੱਕ ਤੇ ਦੁੱਖ ਹੈ ਜਗ ਆਦਿਕ ਲੰਗਰ ਆਦਿਕ ਕਰਕੇ ਮਿਟ ਜਾਂਦੇ ਹੈ। ਇੱਕ ਦੁੱਖ ਹੈ ਜਿਹੜੇ ਪੁੜੀਆਂ ਖਾਣ ਕਰਕੇ ਮਿਟ ਜਾਂਦੇ ਹੈ। ਇੱਕ ਦੁੱਖ ਪੀਣ ਵਾਲੀ ਦਵਾਈਆਂ ਨਾਲ ਹਟ ਜਾਂਦੇ ਹੈ। ਇੱਕ ਦੁੱਖ ਜਿਹੜੇ ਹੈ ਉਹ ਜੰਤਰ ਮੰਤਰ ਟੂਣੇ ਟਾਮਣ ਨਾਲ ਮਿਟ ਜਾਂਦੇ ਹੈ। ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕਿੰਨਾ ਕਰਕੇ ਕਿਹੜੀ ਦਵਾਈਆਂ ਕਰਕੇ ਦੁੱਖ ਦੂਰ ਹੁੰਦੇ ਹੈ। ਸੱਚੇ ਪਾਤਸ਼ਾਹ ਜੀ ਨੇ ਫਿਰ ਮਲਾਰ ਰਾਗ ਦਾ ਜਿਹੜਾ ਅਗਲਾ ਸ਼ਬਦ ਉਹ ਵੀ ਉਚਾਰਨ ਕੀਤਾ। ਸਤਿਗੁਰ ਜੀ ਨੇ ਸ਼ਬਦ ਉਚਾਰਿਆ ਦੁੱਖ ਮੋਹਰਾ। ਜਿਹੜਾ ਹੈ ਨਾ ਜਪ ਤਪ ਸੰਜਮ ਕਰਨਾ ਇਹ ਮੋਹਰੇ ਵਾਂਗ ਹੈ, ਸੰਖਿਆ ਜ਼ਹਿਰ ਵਾਂਗ ਹੈ। ਜ਼ਹਿਰ ਨੂੰ ਸੰਖਿਆ ਨੂੰ ਮਾਰੇ ਤੋਂ ਬਿਨਾਂ ਜੇ ਕੋਈ ਖਾ ਲਵੇ ਉਹ ਮਰ ਜਾਂਦਾ ਹੈ। ਫਿਰ ਮਾਰਨ ਹਰ ਨਾਮ, ਸੰਖੀਏ ਜ਼ਹਿਰ ਨੂੰ ਮਾਰ ਕੇ ਖਾਧਾ ਜਾਵੇ, ਜੜੀ ਬੂਟੀ 'ਚ ਪਾ ਕੇ ਤੇ ਠੀਕ ਹੋ ਜਾਈਦਾ ਹੈ। ਜਿਹੜਾ ਹਰੀ ਦੇ ਨਾਮ ਦਾ ਪਰਮੇਸ਼ਰ ਦਾ ਜਾਪ ਕਰਨਾ ਇਹੀ ਮਾਰਨਾ ਹੈ ਸੰਖੀਆਂ ਨੂੰ, ਇਹੀ ਜ਼ਹਿਰ ਨੂੰ ਮਾਰਨਾ ਹੈ। ਇਸ ਨਾਲ
ਕੀ ਕਰਨਾ? ਸਿਲਾ ਸੰਤੋਖ, ਜਿਹੜਾ ਸੰਤੋਖ ਰੱਖਣਾ, ਇਹਨੂੰ ਪੱਥਰ ਕਰਨਾ, ਜਿਹਦੇ ਤੇ ਸੰਖਿਆ ਜਿਹੜਾ ਹੈ ਪੀਸਣਾ ਹੈ, ਤੇ ਆਪਣੇ ਹੱਥੀ ਜਿਹੜਾ ਦਾਨ ਕਰਨਾ ਹੈ ਉਹ ਸੰਖੀ ਨੂੰ ਪੀਸਣਾ ਹੈ। ਇਹ ਸਤਿਗੁਰੂ ਜੀ ਨੇ ਅਗਲਾ ਸ਼ਬਦ ਵੀ ਉਚਾਰਨ ਕੀਤਾ ਸੀ। ਤੇ ਗੁਰੂ ਜੀ ਕਹਿੰਦੇ, ਇਸ ਦਾਰੂ ਦੇ ਨਾਲ ਨਿਤ ਨਿਤ ਲੇਹੋ ਨਾ ਸੀਜੈ ਦੇਹ, ਅੰਤ ਕਾਲ ਜਬ ਮਾਰੇ ਠੇਹ। ਹਰਦਾਸ ਵੈਦ ਜੀ, ਜੇ ਤੁਸੀਂ ਇਹੋ ਜਿਹਾ ਦਵਾ ਦਾਰੂ ਲਓਗੇ, ਦੇਹ ਕਮਜ਼ੋਰ ਨਹੀਂ ਹੋਊਗੀ, ਨਾਸ ਨਹੀਂ ਹੋਊਗੀ। ਅੰਤ ਕਾਲ ਜਬ ਮਾਰੇ ਠੇ, ਜਿਹੜਾ ਜਮ ਦਾ ਠੇਂਗਾ ਬੁਰਾ ਹੈ, ਕਬੀਰ ਜਮ ਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ। ਉਹ ਜਿਹੜਾ ਜਮ ਦਾ ਠੇਂਗਾ ਤੈਨੂੰ ਲੱਗੇਗਾ ਨਹੀਂ। ਜੇ ਐਸਾ ਦੁੱਖ ਮੋਹਰਾ ਮਾਰਨ ਹਰ ਨਾਮ, ਐਸੀ ਅਵਸਥਾ ਨਹੀਂ ਕਰਾਂਗੇ, ਸਿਲਾ ਸੰਤੋਖ ਪੀਸਣ ਹੱਥ ਦਾਨ, ਇਹੋ ਜਿਹੀ ਕਿਰਿਆ ਨਹੀਂ ਕਰਾਂਗੇ, ਤੇ ਫਿਰ ਜਮ ਦਾ ਠੇਂਗਾ ਸਾਨੂੰ ਵੱਜੇਗਾ। ਐਸਾ ਦਾਰੂ ਖਾਹੇ ਗਵਾਰ, ਜਿਤ ਖਾਧੇ ਤਿਰ ਜਾਹੇ ਵਿਕਾਰ। ਬੇਸਮਝੀ ਕਰਕੇ ਹੋਏ ਹਰਦਾਸ ਵੈਦ, ਐਸਾ ਦਾਰੂ ਖਾਣਾ ਕਰ ਦਵਾ, ਜਿਸ ਖਾਦਿਆਂ ਤੇਰੇ ਵਿਕਾਰ, ਤੇਰੇ ਵਿਗਾੜ ਦੋਸ਼ ਦੁੱਖ ਚਲੇ ਜਾਣ। ਇਹ ਦੂਸਰਾ ਸ਼ਬਦ ਗੁਰੂ ਜੀ ਨੇ ਉਚਾਰਨ ਕੀਤਾ ਸੀ। ਇਤਿਹਾਸ ਵਿੱਚ ਉਹ ਇੱਕੋ ਹੀ ਸ਼ਬਦ ਆਇਆ ਹੈ। ਗੁਰਬਾਣੀ ਵਿੱਚ ਦੋ ਸ਼ਬਦ ਜਿਹੜੇ ਹੋਰ ਮਲਾਰ ਰਾਗ ਦੇ ਵਿੱਚ 1257 ਅੰਗ 'ਤੇ ਆਏ ਹੈ, ਹਰਦਾਸ ਦੇ ਪ੍ਰਥਾਏ ਉਚਾਰਨ ਕੀਤੇ ਸੀ ਸਤਿਗੁਰੂ ਜੀ ਨੇ। ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਅੰਤਰੀਵ ਜਿਹੜੇ ਦੁੱਖ ਉਹ ਦੱਸੇ ਕਿ ਜਿਹੜੀ ਕਿਸੇ ਦੀ ਨਿੰਦਿਆ ਕਰਨੀ, ਉਲਟੀਆਂ ਦਾ ਰੋਗ ਹੈ, ਉਛਾਲੀ ਕਰਨ ਦੇ ਬਰਾਬਰ ਹੈ। ਅਤੇ ਇਹ ਜਿਹੜਾ ਨਿੰਦਿਆ ਕਰਕੇ ਤੇ ਉਹ ਤੋਂ ਹਟ ਜਾਣਾ, ਤੇ ਫਿਰ ਆਪਣੇ ਆਪ ਨੂੰ ਸਭ ਤੋਂ ਮੰਦਾ ਗਿਣਨਾ, ਇਹ ਰੋਗ ਹਟ ਜਾਂਦਾ ਨਿੰਦਿਆ ਦਾ। ਜਿਹੜਾ ਪਰਾਏ ਦੇ ਗੁਣ, ਪਰਾਏ ਦਾ ਧਨ, ਪਰਾਏ ਦੀ ਵਡਿਆਈ ਵੇਖ ਕੇ ਸੜਨਾ ਮੱਚਣਾ, ਇਹ ਸਭ ਤੋਂ ਵੱਡਾ ਤਾਪ ਹੈ। ਮਹਾਰਾਜ ਕਹਿੰਦੇ ਹਰਦਾਸ ਵੈਦ ਇਸ ਨੂੰ ਨਾਸ ਕਰਨ ਵਾਸਤੇ ਜਿਹੜੇ ਆਪਣੇ, ਜਿਵੇਂ ਅਸੀਂ ਆਪਣੇ ਮਿੱਤਰਾਂ ਸੱਜਣਾ ਨੂੰ ਸੁਖੀ ਵੇਖ ਕੇ ਖੁਸ਼ ਹੁੰਦੇ ਹਾਂ, ਇਹੋ ਜਿਹੀ ਬਿਰਤੀ ਸਾਰਿਆਂ ਵਿੱਚ ਬਣਾ ਲਈਏ ਕਿ ਸਾਰੇ ਮੇਰੇ ਮਿੱਤਰ ਹੀ ਹੈ, ਇਹ ਰੋਗ ਦੂਰ ਹੋ ਜਾਂਦਾ ਹੈ। ਆਪਣੇ ਗੁਣ, ਆਪਣੀ ਵਡਿਆਈ, ਆਪਣੇ ਧਨ 'ਤੇ ਜਿਹੜਾ ਮਾਣ ਕਰਨਾ, ਇਹ ਅਣਪਚਿਆ ਰੋਗ ਹੈ। ਜਿਵੇਂ ਕੋਈ ਖਾਈ ਜਾਵੇ ਅਤੇ ਬਾਅਦ ਵਿੱਚ ਉਛਾਲੀਆਂ ਕਰੀ ਜਾਵੇ, ਉਹ ਉਸੇ ਤਰ੍ਹਾਂ ਉਲਟਾ ਕੱਢੀ ਜਾਵੇ, ਇਹ ਇਹੋ ਜਿਹਾ ਰੋਗ ਹੈ। ਆਪਣਾ ਵਡਿਆਈ, ਜਸ, ਇਹਦਾ ਮਾਣ ਕਰਨਾ ਬੜਾ ਪੁਰਾਣਾ ਰੋਗ ਹੈ। ਇਹ ਇਹੀ ਜਾਣੇ ਬੰਦਾ ਕਿ ਗੁਰੂ ਦੀ ਵਡਿਆਈ ਹੈ, ਜੇ ਮੇਰਾ ਜਸ ਹੈ, ਜੇ ਮੇਰੇ 'ਚ ਗੁਣ ਹੈ, ਜੇ ਮੇਰੇ ਕੋਲ ਧਨ ਹੈ, ਤਾਂ ਗੁਰੂ ਦਾ ਦਿੱਤਾ ਹੋਇਆ। ਮਹਾਰਾਜ ਮੇਰੀ ਕੋਈ ਕਮਾਈ ਨਹੀਂ, ਮੇਰੀ ਕੋਈ ਬੁੱਧੀ ਨਹੀਂ, ਸੱਚੇ ਪਾਤਸ਼ਾਹ ਮੇਰਾ ਕੁਝ ਵੀ ਨਹੀਂ ਹੈ। ਇਸ ਤਰ੍ਹਾਂ ਇਹ ਰੋਗ ਦੂਰ ਹੋ ਜਾਂਦੇ ਹੈ। ਸਤਿਗੁਰੂ ਨਾਨਕ ਸਾਹਿਬ ਜੀ ਨੇ ਵਿਸਥਾਰ ਸਹਿਤ ਹਰਦਾਸ ਵੈਦ ਨੂੰ ਇਹ ਸਾਰੀ ਸਿੱਖਿਆ ਦਿੱਤੀ, ਅਤੇ ਸੱਚੇ ਪਾਤਸ਼ਾਹ ਜੀ ਨੇ ਹਰਦਾਸ ਵੈਦ ਦੇ ਰਾਹੀਂ ਸਾਨੂੰ ਵੀ ਸਿੱਖਿਆ ਦਿੱਤੀ। ਕੱਲ੍ਹ ਸਮਾਂ ਜਿਹੜਾ ਆਪਣਾ ਪੂਰਾ ਹੋ ਗਿਆ ਸੀ, ਜਿਸ ਕਰਕੇ ਆਪਾਂ ਇਹ ਦੋ ਸ਼ਬਦਾਂ ਦੀ ਵਿਚਾਰ ਨਹੀਂ ਸੀ ਕਰ ਸਕੇ। ਉਸੇ ਪ੍ਰਸੰਗ ਦੇ ਨਾਲ ਹੀ ਸੰਬੰਧ ਰੱਖਣ ਵਾਲੇ ਇਹ ਦੋ ਸ਼ਬਦ ਗੁਰੂ ਨਾਨਕ ਸਾਹਿਬ ਜੀ ਨੇ ਹਰਦਾਸ ਵੈਦ ਦੇ ਤਾਈਂ ਹੋਰ ਉਚਾਰਨ ਕੀਤੇ ਸੀ, ਜਿਹਦੀ ਆਪਾਂ ਵਿਚਾਰ ਸੰਖੇਪ ਰੂਪ ਵਿੱਚ ਕੀਤੀ ਹੈ। ਅੱਗੇ ਗੁਰੂ ਨਾਨਕ ਸਾਹਿਬ ਜੀ ਨੇ ਜਿਵੇਂ ਖਰਾ ਸੱਚਾ ਸੌਦਾ ਕੀਤਾ, ਉਹ ਪ੍ਰਸੰਗ ਅੱਜ ਆਰੰਭ ਹੋਣ ਜਾ ਰਹੇ, ਆਪਾਂ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਲਵਾਓ ਹਾਜ਼ਰੀਆਂ, ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ਼੍ਰੀ ਨਾਨਕ ਸੁਖ ਸਿੰਧ ਕੋ। ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਕਥਾ ਆਰੰਭ ਕਰਨ ਤੋਂ ਪਹਿਲਾਂ ਭਾਈ ਸੰਤੋਖ ਸਿੰਘ ਜੀ ਮੰਗਲ ਕਰਦੇ ਹੈ। ਪਹਿਲਾਂ ਤਾਂ ਸਾਰਦਾ ਦੇ ਮੰਗਲ ਕੀਤੇ ਨਾ ਭਾਈ ਸੰਤੋਖ ਸਿੰਘ ਜੀ ਨੇ। ਹੁਣ ਦਸੇ ਪਾਤਸ਼ਾਹੀਆਂ ਦੇ ਮੰਗਲ ਨਮਸਕਾਰ
ਆਤਮਿਕ ਮੰਗਲ ਕਰਨਗੇ। ਸਾਰੇ ਗੁਰਾਂ ਦੇ ਹਰ ਪ੍ਰਸੰਗ ਨਾਲ ਦਸੇ ਗੁਰੂ ਸਾਹਿਬਾਨਾਂ ਦੇ ਮੰਗਲ ਆਉਣਗੇ। ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਦਾ ਭਾਈ ਸੰਤੋਖ ਸਿੰਘ ਜੀ ਮੰਗਲ ਕਰ ਰਹੇ ਹਨ। ਸ੍ਰੀ ਨਾਨਕ ਭਾਈ ਸੰਤੋਖ ਸਿੰਘ ਜੀ ਕਹਿੰਦੇ ਜੋ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਹੈ, ਸੁੱਖਾਂ ਦਾ ਜੋ ਸਮੁੰਦਰ ਹੈ, ਸਾਗਰ ਹੈ। ਹੱਥ ਜੋੜ ਪ੍ਰਣਾਮ, ਹੱਥ ਜੋੜ ਕੇ ਮੈਂ ਕਵੀ ਪ੍ਰਣਾਮ ਨਮਸਕਾਰ ਕਰਦਾ ਹਾਂ ਜੀ। ਜਿਸ ਕਰਨਾ ਤੇ ਵੱਡ ਅਗੀ, ਜਿਸ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਦਇਆ ਕਰਕੇ ਵੱਡੇ ਵੱਡੇ ਪਾਪੀ ਕਾਰੂ ਹਮੀਦ ਵਰਗੇ, ਜਿਨ੍ਹਾਂ ਨੇ ਆ ਮੁਰਦਿਆਂ ਦੇ ਮੂੰਹਾਂ ਵਿੱਚੋਂ ਵੀ ਪੈਸੇ ਕੱਢ ਲਏ ਸਨ, ਭੂਮੀਏ ਚੋਰ ਵਰਗੇ, ਸੱਜਣ ਠੱਗ ਵਰਗੇ, ਕੌਡੇ ਰਾਖਸ਼ ਵਰਗੇ, ਜਿਹੜੇ ਵੱਡੇ ਵੱਡੇ ਪਾਪੀ ਸਨ, ਪਾਵਹਿ ਗਤ ਬਿਸਰਾਮ, ਉਹ ਵੀ ਗਤ ਗਤੀ ਨੂੰ ਪਾ ਗਏ, ਮੁਕਤੀ ਨੂੰ ਤੇ ਵਿਸ਼ਰਾਮ ਨੂੰ ਪਾ ਗਏ। ਜਿਸ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਕਿਰਪਾ ਨਾਲ ਵੱਡੇ ਵੱਡੇ ਪਾਪੀ ਵੀ ਜੀਂਦਿਆਂ ਜੀ ਟਿਕਾ ਆਰਾਮ ਪਾ ਲੈਂਦੇ ਜ਼ਿੰਦਗੀ ਵਿੱਚ, ਤੇ ਸਰੀਰ ਛੱਡਦਿਆਂ ਆਤਮਿਕ ਆਨੰਦ ਮੁਕਤੀ ਨੂੰ ਪ੍ਰਾਪਤ ਕਰ ਲੈਂਦੇ। ਐਸੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਨਮਸਕਾਰ ਹੈ ਮੈਂ ਕਵੀ ਦੀ। ਚੌਪਈ ਤਿਹ ਕਰਨਾ ਕੀ ਹਮਰੇ ਟੇਕੂ, ਭਾਈ ਸੰਤੋਖ ਸਿੰਘ ਜੀ ਕਹਿੰਦੇ ਜੋ ਸਤਿਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਨਾਲ ਵੱਡੇ ਵੱਡੇ ਪਾਪੀ ਮੁਕਤੀ ਪਾ ਗਏ, ਟਿਕਾ ਪਾ ਗਏ, ਸੰਸਾਰ ਵਿੱਚ ਰਹਿੰਦਿਆਂ ਉਸ ਸਤਿਗੁਰੂ ਦੀ ਕਿਰਪਾ ਹੀ ਸਾਡਾ ਟੇਕ ਹੈ, ਓਟ ਆਸਰਾ ਸਹਾਰਾ ਹੈ। ਸਮਤ ਨਾ ਉਕਤ ਨਾ ਮੁਝ ਔਰ ਏਕੂ, ਭਾਈ ਸੰਤੋਖ ਸਿੰਘ ਜੀ ਨਿਮਰਤਾ ਸਹਿਤ ਕਹਿੰਦੇ ਮਹਾਰਾਜ ਗੁਰੂ ਖਾਲਸਾ ਜੀ, ਨਾ ਤੇ ਮੈਨੂੰ ਕੋਈ ਮੱਤ ਹੈ, ਨਾ ਮੇਰੀ ਮੱਤ ਹੀ ਸ੍ਰੇਸ਼ਟ ਹੈ, ਬੁੱਧੀ ਮੇਰੀ ਅਕਲ ਵਾਲੀ ਕੋਈ ਨਹੀਂ ਹੈ, ਨਾ ਮੈਨੂੰ ਕੋਈ ਦਲੀਲ ਆਉਂਦੀ, ਨਾ ਕੋਈ ਉਗਤੀ ਜੁਗਤੀ ਆਉਂਦੀ ਹੈ। ਮੇਰੇ ਹਿਰਦੇ ਵਿੱਚ ਨਾ ਉਗਤੀਆਂ ਦਾ ਹੀ ਸਮੁਦਾਇ ਹੈ, ਨਾ ਚੰਗੀ ਮੱਤ ਦਾ ਹੀ ਸਮੁਦਾਇ ਹੈ। ਰੁਚ ਊਚੀ ਮਨ ਕੀ ਮਤ ਕੀਰਾ, ਪਰ ਸਾਨੂੰ ਮਨ ਵਿੱਚ ਸਾਡੇ ਰੁਚੀ ਜਿਹੜੀ ਪ੍ਰੀਤੀ ਹੈ ਉਹ ਬੜੀ ਉੱਚੀ ਹੈ। ਚਾਹਨਾ ਖਾਹਿਸ਼ ਸਾਡੇ ਮਨ ਵਿੱਚ ਬੜੀ ਹੈ ਉੱਚੀ, ਮਤ ਕੀਰਾ, ਪਰ ਮਤ ਬੜੀ ਹੋਛੀ ਹੈ, ਆ ਖਾਲੀ ਹੈ, ਕੋਈ ਮਤ ਇੰਨੀ ਕੰਮ ਨਹੀਂ ਕਰਦੀ ਸਾਡੀ। ਮਿਲੈ ਨਾ ਕੌਡੀ ਚਾਹੋ ਹੀਰਾ, ਚਾਹੁੰਦਾ ਤੇ ਮੈਂ ਹਾਂ ਹੀਰਾ, ਪਰ ਹੱਕ ਮੇਰਾ ਕੌਡੀ ਦਾ ਵੀ ਨਹੀਂ ਹੈ ਵੀ ਮੈਂ ਕੌਡੀ ਜਿਹੜੀ ਲੈ ਲਵਾਂ ਸਤਿਗੁਰਾਂ ਪਾਸੋਂ। ਹੀਰਾ ਚਾਹੁੰਦੇ ਹਾਂ ਸਤਿਗੁਰ ਜੀ ਦਾ ਨਾਮ, ਸ੍ਰੇਸ਼ਟ ਮੱਤ ਚਾਹੁੰਦੇ ਹੀਰੇ ਵਰਗੀ, ਪਰ ਮੈਂ ਕਵੀ ਆ ਕੌਡੀ ਦਾ ਵੀ ਹੱਕਦਾਰ ਨਹੀਂ ਆ ਕਿ ਮੈਨੂੰ ਕੌਡੀ ਮਿਲੇ। ਐਸਾ ਮੈਂ ਅਗਿਆਨੀ ਬੇਸਮਝ ਹਾਂ, ਹੀਰਾ ਚਾਹੁੰਦਾ ਪਰ ਕੌਡੀ ਦਾ ਵੀ ਹੱਕ ਨਹੀਂ ਰੱਖਦਾ। ਜਿਉਂ ਜਿਉਂ ਮਤ ਦੇ ਮੁਝ ਹੈ ਬੁਲਾਈ, ਬਾਕੀ ਸਤਿਗੁਰੂ ਮਹਾਰਾਜ ਜੀ ਦੀ ਮਹਾਨ ਜੋ ਕਥਾ ਹੈ ਕਿ ਕੋਈ ਪ੍ਰਸ਼ਨ ਕਰਦੇ ਕਿ ਫਿਰ ਲਿਖ ਕਿਵੇਂ ਰਹੇ ਹੋ ਜੇ ਤੁਹਾਨੂੰ ਮਤ ਨਹੀਂ ਹੈ, ਤੁਹਾਨੂੰ ਸਮਝ ਨਹੀਂ ਹੈ, ਤੇ ਇੰਨਾ ਇਤਿਹਾਸ ਅਮੋੜ ਕਿਵੇਂ ਲਿਖੀ ਜਾਂਦੇ ਤੁਸੀਂ। ਭਾਈ ਸੰਤੋਖ ਸਿੰਘ ਜੀ ਕਹਿੰਦੇ ਆ ਕਿ ਭਾਈ ਮੇਰੀ ਕੋਈ ਮਤ ਨਹੀਂ ਹੈ, ਜਿਉਂ ਜਿਉਂ ਮਦ ਦੇ ਮੁਝੇ ਬੁਲਾਈ, ਜਿਵੇਂ ਜਿਵੇਂ ਗੁਰੂ ਮਹਾਰਾਜ ਮੇਰੇ 'ਤੇ ਕਿਰਪਾ ਕਰਕੇ ਮਿਹਰ ਕਰਕੇ ਮਤ ਦੇ ਰਹੇ ਹੈ, ਤੇ ਆ ਬੁਲਾਈ ਜਾ ਰਹੇ ਹੈ, ਕਥਾ ਲਿਖਵਾਈ ਜਾ ਰਹੇ ਹੈ। ਤਿਉਂ ਤਿਉਂ ਲਿਖੋ ਕਥਾ ਹੀ ਸੁਖਦਾਈ, ਤਿਵੇਂ ਤਿਵੇਂ ਮੈਂ ਸੁੱਖਾਂ ਨੂੰ ਦੇਣ ਵਾਲੀ ਗੁਰੂ ਨਾਨਕ ਸਾਹਿਬ ਜੀ ਦੀ ਕਥਾ ਲਿਖੀ ਜਾ ਰਿਹਾ, ਜਿਹੋ ਜੀ ਮੈਨੂੰ ਸਤਿਗੁਰੂ ਜਿਵੇਂ ਜਿਵੇਂ ਮੱਤ ਦੇਈ ਜਾਂਦੇ ਹਨ। ਸ਼ਕਤ ਨਹੀਂ ਇੱਕ ਪਦ ਰਚਨਾ ਕੀ, ਬਾਕੀ ਮੇਰੇ ਵਿੱਚ ਤੇ ਇੱਕ ਪਦ ਅੱਖਰ ਰਚਨ ਦੀ ਵੀ ਜਿਹੜੀ ਹੈ ਨਾ
ਉਹ ਸ਼ਕਤੀ ਨਹੀਂ ਹੈ, ਸਮਰੱਥਾ ਨਹੀਂ ਹੈ ਕਿ ਮੈਂ ਆ ਕਵਿਤਾ ਲਿਖ ਸਕਾਂ। ਗ੍ਰੰਥ ਕਰਨਾ ਇਹ ਕਰਨਾ ਤਾਂ ਕੀ, ਜਿਹੜਾ ਮੈਂ ਗ੍ਰੰਥ ਕਰ ਰਿਹਾ ਹਾਂ, ਸ੍ਰੀ ਗੁਰੂ ਨਾਨਕ ਪ੍ਰਕਾਸ਼ ਲਿਖ ਰਿਹਾ, ਗ੍ਰੰਥ ਰਚਨਾ ਕਰ ਰਿਹਾ ਹਾਂ, ਇਹ ਤੇ ਕਿਰਪਾ ਸਤਿਗੁਰੂ ਨਾਨਕ ਸਾਹਿਬ ਜੀ ਦੀ ਹੈ। ਮੇਰਾ ਸਾਧ ਸੰਗਤ ਜੀ ਇਹਦੇ ਵਿੱਚ ਕੁਝ ਨਹੀਂ ਹੈ। ਮੈਂ ਤੇ ਇੱਕ ਅੱਖਰ ਵੀ ਇਹਦਾ ਨਹੀਂ ਲਿਖ ਸਕਦਾ ਹਾਂ। ਜਿਵੇਂ ਜਿਵੇਂ ਗੁਰੂ ਜੀ ਮੱਤ ਦੇ ਰਹੇ ਹੈ, ਉਹਨਾਂ ਦੀ ਕਿਰਪਾ ਨਾਲ ਹੀ ਮੈਂ ਗ੍ਰੰਥ ਲਿਖ ਰਿਹਾ ਹਾਂ। ਮੇਰਾ ਕੁਝ ਨਹੀਂ ਹੈ ਸਾਧ ਸੰਗਤ ਜੀ, ਇਹ ਕਵੀ ਸਾਹਿਬ ਜੀ ਦੀ ਨਿਮਰਤਾ ਹੈ। ਨਹੀਂ ਤੇ ਅਸੀਂ ਥੋੜ੍ਹਾ ਕੰਮ ਕਰਦੇ ਹਾਂ, ਜਸ ਵਡਿਆਈ ਬਹੁਤੀ ਚਾਹੁੰਦੇ ਹਾਂ, ਥੋੜ੍ਹਾ ਦਿੰਦੇ ਹਾਂ, ਨਾਮ ਅਸੀਂ ਬਹੁਤਾ ਚਾਹੁੰਦੇ ਹਾਂ। ਭਾਈ ਸੰਤੋਖ ਸਿੰਘ ਜੀ ਨੇ ਤੇ ਉਹ ਦੇਣ ਦਿੱਤੀ ਜਿਹੜੀ ਕੋਈ ਦੇ ਹੀ ਨਹੀਂ ਸਕਦਾ, ਪਰ ਫਿਰ ਵੀ ਉਹਨਾਂ ਦੀ ਕਿੰਨੀ ਨਿਮਰਤਾ, ਹਿਰਦੇ ਵਿੱਚ ਗਰੀਬੀ ਰੱਖਣੀ ਸਿੱਖ ਨੂੰ ਚਾਹੀਦੀ ਹੈ। ਭਾਈ ਸ਼੍ਰੀ ਬਾਲਾ ਸੰਦਰਵਾਚ, ਭਾਈ ਬਾਲਾ ਜੀ ਕਥਨ ਕਰ ਰਹੇ ਹੈ ਕਥਾ। ਚੌਪਈ ਸ਼੍ਰੀ ਅੰਗਦ ਸੁਣੀਏ ਕਹਿ ਬਾਲਾ, ਭਾਈ ਬਾਲਾ ਜੀ ਕਹਿੰਦੇ ਗੁਰੂ ਅੰਗਦ ਦੇ ਮਹਾਰਾਜ ਜੀ ਸੁਣੀਏ। ਸ਼੍ਰੀ ਸਤਿਗੁਰ ਕੀ ਕਥਾ ਰਸਾਲਾ, ਸਤਿਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਕਥਾ ਬੜੀ ਰਸ ਵਾਲੀ, ਰਸਾਂ ਦਾ ਘਰ ਸੁੰਦਰ ਹੈ। ਕੋਇਕ ਦਿਨ ਪਰ ਰਹੇ ਨਿਕੇਤੂ, ਮਹਾਰਾਜ ਜਿਵੇਂ ਹਰਦਾਸ ਵੈਦ ਨੂੰ ਸਿੱਖਿਆ ਦੇ ਕੇ ਬ੍ਰਹਮ ਗਿਆਨ ਬਖਸ਼ ਕੇ ਉਹਨੂੰ ਨਾਮ ਦਾ ਜਿਹੜਾ ਜਸ ਦੇ ਕੇ ਵਡਿਆਈ ਦੇ ਕੇ ਉਹਦੀ ਸਮਾਧੀ ਲੀਨ ਕਰ ਦਿੱਤਾ ਹਰਦਾਸ ਵੈਦ ਨੂੰ। ਹਰਦਾਸ ਵੈਦ ਨੂੰ ਤੇ ਗੁਰੂ ਜੀ ਨੇ ਉਪਦੇਸ਼ ਕਰ ਦਿੱਤਾ ਹੈ। ਫਿਰ ਵੀ ਕੁਝ ਕੁ ਦਿਨ ਮਹਾਰਾਜ ਘਰ ਵਿੱਚ ਹੀ ਐਵੇਂ ਲੇਟੇ ਰਹੇ ਹਨ, ਇਹ ਨਹੀਂ ਕਿ ਉੱਠ ਪਏ ਸੀ। ਵਿਚ ਰਹਿ ਨਹਿ ਬੇਦੀ ਕੁਲ ਕੇਤੂ, ਬੇਦੀ ਕੁਲ ਦੇ ਧੁਜਾ ਨਿਸ਼ਾਨ ਰੂਪ ਗੁਰੂ ਨਾਨਕ ਸਾਹਿਬ ਜੀ। ਮਾਤਾ ਜੀ ਵੀ ਕਹਿੰਦੇ ਪੁੱਤਰ ਜੀ ਉੱਠੋ, ਪਿਤਾ ਜੀ ਵੀ ਕਹਿੰਦੇ ਪੁੱਤਰ ਉੱਠੋ, ਕੋਈ ਖੇਡੋ ਮੱਲੋ, ਬਾਹਰ ਅੰਦਰ ਜਾਓ। ਗੁਰੂ ਨਾਨਕ ਸਾਹਿਬ ਜੀ ਘਰ ਵਿੱਚ ਹੀ ਰਹੇ ਹੈ, ਬਾਹਰ ਨਹੀਂ ਫਿਰਦੇ। ਕਬਹਿ ਕਰਹਿ ਕਾਲੂ ਪਰਤੀਤੂ, ਕਦੀ ਕਦੀ ਤੇ ਬਾਬਾ ਕਲਿਆਣ ਚੰਦ ਗੁਰੂ ਨਾਨਕ ਸਾਹਿਬ ਜੀ ਤੇ ਬੜਾ ਪ੍ਰਤੀਤੀ ਭਰੋਸਾ ਯਕੀਨ ਕਰ ਲੈਂਦੇ ਹੈ। ਬਚਨ ਸੁਨਤ ਬਿਸਮੈ ਹੋਏ ਚੀਤੂ, ਬਚਨ ਸਤਿਗੁਰਾਂ ਦੇ ਸੁਣ ਕੇ ਹੈਰਾਨ ਹੋ ਜਾਂਦੇ ਹੈ ਤੇ ਚਿੱਤ ਵਿੱਚ ਐਸਾ ਹੈਰਾਨ ਹੁੰਦੇ ਹੈ ਵੀ ਇਹਨਾਂ ਦੇ ਜਿਹੜੇ ਬਚਨ ਉਹ ਤੇ ਬ੍ਰਹਮ ਗਿਆਨ ਵਾਲੇ ਹੈ। ਇਹਨਾਂ ਦੀ ਬੋਲ ਬਾਣੀ ਬੜੀ ਮਹਾਨ ਹੈ, ਡੂੰਘਾਈ ਵਾਲੀ ਹੈ। ਇਹਨਾਂ ਦੇ ਬਚਨ ਸਾਰੇ ਸੁਣਦੇ ਹੈ, ਬ੍ਰਹਮ ਗਿਆਨ ਵਿੱਚ ਲੀਨ ਹੈ। ਇਹ ਤੇ ਜ਼ਰੂਰ ਜਿਵੇਂ ਪੰਡਿਤ ਹਰਦਿਆਲ ਕਹਿੰਦੇ ਹੈ, ਰਾਏ ਬੁਲਾਰ ਇਹਨਾਂ ਦੀ ਪ੍ਰਸ਼ੰਸਾ ਕਰਦੇ ਹੈ ਵੀ ਇਹ ਕੋਈ ਅਵਤਾਰ ਹੈ, ਜ਼ਰੂਰ ਕੋਈ ਨਾ ਕੋਈ ਅਵਤਾਰ ਹੈ। ਗਿਆਨ ਧਿਆਨ ਦੇ ਬਚਨ ਸੁਣ ਕੇ ਕਦੀ ਕਦੀ ਪਿਤਾ ਜੀ ਨੂੰ ਵੀ ਐਵੇਂ ਭਰੋਸਾ ਆ ਜਾਂਦਾ ਵੀ ਇਹਦੇ ਮਹਾਨ ਹਨ। ਬਹੁਰ ਦੇਵ ਮਾਇਆ ਪਰਮਾਈ, ਤੇ ਮੁੜ ਫੇਰ ਜਿਹੜੀ ਪਰਮੇਸ਼ਰ ਦੀ ਮਾਇਆ ਹੈ ਉਹ ਇਹਨਾਂ ਨੂੰ ਭਰਮਾ ਦਿੰਦੀ ਪਿਤਾ ਜੀ ਨੂੰ। ਫਿਰ ਉਹ ਜਿਹੜੀ ਮੱਤ ਹੈ ਉਲਟਾ ਦਿੰਦੀ ਮਾਇਆ। ਹਿਰਦੈ ਕੋ ਤਰਕ ਅਨੇਕ ਉਠਾਈ, ਜਦੋਂ ਮਾਇਆ ਪਰਮੇਸ਼ਰ ਦੀ ਭਰਮਾ ਦਿੰਦੀ ਹੈ, ਹਿਰਦੇ ਵਿੱਚ ਪਿਤਾ ਜੀ ਬਹੁਤ ਤਰਕਾਂ ਜੀਆਂ ਕਰਦੇ ਹੈ, ਬੜਾ ਮਾੜਾ ਭਲਾ ਬੋਲਣ ਲੱਗ ਪੈਂਦੇ ਮਹਾਰਾਜ ਜੀ ਨੂੰ। ਹਿਰਦੇ ਵਿੱਚ ਭੈੜੀਆਂ ਜਿਹੜੀਆਂ ਸੋਚ ਵਿਚਾਰਾਂ ਕਰਨ ਲੱਗ ਪੈਂਦੇ ਹੈ। ਬਚਨ ਕਹਿਨ ਮੈਂ ਇਹ ਗੁਣਸਾਲੀ, ਤਰਕਾਂ ਠਾਉਂਦੇ ਕਹਿੰਦੇ ਵੀ ਠੀਕ ਹੈ, ਬਚਨ ਕਹਿਣ ਵਿੱਚ ਮੇਰੇ ਸਪੁੱਤਰ ਗੁਰੂ ਨਾਨਕ ਸਾਹਿਬ ਜੀ ਆ ਸਾਰਿਆਂ ਨਾਲੋਂ ਗੁਣਾਂ ਦੇ ਤੇ ਘਾਰੀ ਹੈ। ਜਿਹੋ ਜੀ ਗੱਲ ਇਹ ਕਰ ਲੈਂਦੇ, ਇਹੋ ਜੀ ਕੋਈ ਬੱਚਾ ਨਹੀਂ ਗੱਲ ਕਰ ਸਕਦਾ। ਧਨ ਖਟਨੇ ਕੀ ਜਾਨ ਨਾ ਚਾਲੀ, ਬਚਨ ਕਹਿਣ ਵਿੱਚ ਦੇ ਗੁਣਾਂ ਦੇ ਘਰ, ਪਰ ਜਿਹੜਾ ਵੀ ਧਨ ਖੱਟ ਕੇ ਲਿਆਉਣਾ, ਕੋਈ ਕੰਮ ਕਰਾਂ, ਪੈਸਾ ਕਮਾ ਕੇ ਲਿਆਵਾਂ, ਉਹਦੀ ਚਾਲੀ ਰੀਤੀ ਤੇ ਆ ਭੋਰਾ ਮਾਤਰ ਵੀ ਨਹੀਂ ਜਾਣਦੇ। ਸੁਨ ਸੁਨ ਬਚ ਨਰ ਕਰਹਿ ਵਡਾਈ, ਸੁਣ ਸੁਣ ਕੇ ਆ ਬ੍ਰਹਮ ਗਿਆਨ ਦੇ ਬਚਨ, ਅਮੋਲ ਬਚਨ, ਐਵੇਂ ਲੋਕ ਵਡਿਆਈ ਕਰੀ ਜਾਂਦੇ ਵੀ ਸਪੁੱਤਰ ਤੇਰੇ ਬੜੇ ਮਹਾਨ ਅਕਲ ਵਾਲੇ ਹੈ। ਧਨ ਹਾਨੀ ਇਹ ਭੇਦ ਨਾ ਪਾਈ, ਪਰ ਇਹ ਨਹੀਂ ਭੇਦ ਪਾਉਂਦੇ ਲੋਕ ਵੀ ਆ ਤੇ ਗੁਰੂ ਨਾਨਕ ਸਾਹਿਬ ਮੇਰੇ ਪੁੱਤਰ
ਧਨ ਨੂੰ ਤੇ ਨਾਸ ਕਰਨ ਵਾਲੇ, ਮੇਰੀਆਂ ਦੇ ਜੜ੍ਹਾਂ ਪੁੱਟ ਦੇਣ ਵਾਲੇ ਹੈ। ਲੋਕ ਇਹਨਾਂ ਨੂੰ ਮਹਾਨ ਕਹੀ ਜਾਂਦੇ ਹੈ, ਭੇਦ ਨਹੀਂ ਪਾਉਂਦੇ ਵੀ ਮੇਰਾ ਤੇ ਉਜਾੜਾ ਕਰ ਮਾਰਿਆ ਜਦੋਂ ਦੇ ਪੈਦਾ ਹੋਏ ਹੈ। ਕੌਣ ਰਿਤ ਪਰਵਿਰਤੀ ਹੇਮੰਤਾ। ਫਿਰ ਜਿਹੜੀ ਸਰਦ ਰੁੱਤ ਚਲੀ ਗਈ, ਅੱਸੂ ਕੱਤੇ ਦੇ ਮਹੀਨੇ, ਹਿਮਕਰ ਰੁੱਤ ਜਿਹੜੀ ਮੱਘਰ ਪੋਹ ਦੇ ਮਹੀਨੇ ਆ, ਜਿਹਦੇ ਵਿੱਚ ਕੋਰਾ ਠੰਡ ਆਦਿਕ ਜ਼ਿਆਦਾ ਪੈਂਦੀ ਹੈ, ਸਰਦ ਰੁੱਤ ਪ੍ਰਵਿਰਤ ਹੋ ਗਈ ਹੈ, ਆ ਗਈ ਹੈ। ਤਿਹੇ ਮਹਿ ਸੁਨਹੁ ਜੋ ਪਾਵਰਤੰਤਾ। ਭਾਈ ਬਾਲਾ ਜੀ ਕਹਿੰਦੇ ਹੈ ਗੁਰੂ ਅੰਗਦ ਦੇਵ ਮਹਾਰਾਜ, ਜੋ ਇਹ ਹਿਮਕਰ ਸਿਆਲ ਦੀ ਰੁੱਤ ਮੱਘਰ ਪੋਹ ਦੇ ਮਹੀਨਿਆਂ 'ਚ ਜਿਵੇਂ ਵਰਤਿਆ ਹੈ, ਉਹ ਵੀ ਕਥਾ ਸੁਣੋ। ਤਾਲਨ ਬਾਰਜ ਬਨੀ ਬਿਨਾਸ਼ੀ। ਤਲਾਬ ਜਿਹੜੇ ਛੋਟੇ ਛੋਟੇ ਸਰੋਵਰ ਹੈ, ਉਹਨਾਂ ਵਿੱਚ ਜਿਹੜੀ ਕਮਲਾਂ ਦੀ ਬਗੀਚੀ ਸੀ, ਉਹ ਸਾਰੀਆਂ ਠੰਡ ਦੀ ਰੁੱਤ ਕਰਕੇ ਨਾਸ ਹੋ ਗਈ। ਕਵਲ ਦੇ ਫੁੱਲ ਸੜ ਮੱਚ ਗਏ ਹਨ। ਜਿਉਂ ਕੁਸੰਗ ਨਾਸ ਹੈ ਜਸ ਰਾਸੀ। ਜਿਵੇਂ ਖੋਟੀ ਸੰਗਤ ਕਾਰਨ ਭੈੜੇ ਲੋਕਾਂ ਵਿੱਚ ਬਹਿਣ ਕਰਕੇ ਵਡਿਆਈ ਚਲੀ ਜਾਂਦੀ ਹੈ। ਭਾਵੇਂ ਕੋਈ ਕਿੰਨਾ ਬੰਦਾ ਚੰਗਾ ਹੋਵੇ, ਮਾੜੇ ਨਾਲ ਖਲੋਵਾਂਗੇ ਤੇ ਕਹਿਣਗੇ ਕਿ ਇਹ ਵੀ ਉਹੋ ਜਿਹਾ ਹੀ ਹੋ ਗਿਆ ਹੋਣਾ। ਭਗਤ ਜੀ ਤਾਂ ਹੀ ਕਹਿੰਦੇ ਸਾਖਤ ਸੰਗਤਾਂ ਕੀਜੀਏ, ਦੂਰ ਹੈ ਜਾਈਏ ਭਾਗ। ਖੋਟੇ ਮਾੜੇ ਦੀ ਸੰਗਤ ਨਾ ਕਰੋ, ਦੂਰੋਂ ਭਾਈ ਭੱਜ ਜਾਣਾ ਚਾਹੀਦਾ ਹੈ ਅੱਖ ਬਚਾ ਕੇ। ਭਾਈ ਸੰਤੋਖ ਸਿੰਘ ਜੀ ਕਹਿੰਦੇ ਹੈ, ਜਿਸ ਤਲਾਬਾਂ ਵਿੱਚੋਂ ਕਮਲ ਦੇ ਫੁੱਲਾਂ ਦੀ ਬਗੀਚਿਆਂ ਦੇ ਇਵੇਂ ਨਾਸ ਹੋ ਗਈਆਂ, ਜਿਵੇਂ ਖੋਟੀ ਸੰਗਤ ਵਾਲੇ ਨਾਲ ਮਿਲਿਆਂ ਜੁਲਿਆਂ ਸਾਰਾ ਜਸ ਵਡਿਆਈ ਨਾਸ ਹੋ ਜਾਂਦੀ ਹੈ। ਕੀਤੀ ਹੋਈ ਕਮਾਈ ਦਾ ਭੱਠਾ ਬਹਿ ਜਾਂਦਾ ਹੈ। ਨਿਕਟ ਅਗਨ ਕੇ ਰਹਿ ਮਹਾਨਾ। ਠੰਡ ਦੇ ਕਰਕੇ ਸਾਰੇ ਲੋਕ ਅੱਗ ਦੇ ਪਾਸ ਹੀ ਬਹੁਤਾ ਰਹਿੰਦੇ ਹੈ। ਜਿਉ ਨਿਰਪ ਸੇਵਹਿ ਜੇ ਮਤਵਾਨਾ। ਜਿਹੜੇ ਜਿਵੇਂ ਬੁੱਧੀ ਵਾਲੇ ਰਾਜੇ ਦੀ ਸੇਵਾ ਕਰਦੇ, ਇਵੇਂ ਲੋਕ ਅੱਗ ਦੇ ਕੋਲ ਹੀ ਬਹੁਤਾ ਰਹਿੰਦੇ, ਹੱਥ ਸੇਕਦੇ ਰਹਿੰਦੇ ਹੈ। ਮੰਦ ਤੇਜ ਸੂਰਜ ਕਾਵਿਓ। ਸੂਰਜ ਦਾ ਜਿਹੜਾ ਤੇਜ ਹੈ, ਧੁੱਪ ਤਪਸ਼ ਹੈ, ਠੰਡ ਕਰਕੇ ਉਹ ਵੀ ਮੰਦੀ ਜੀ ਹੋ ਗਈ ਹੈ। ਜਿਉਂ ਭੂਪਤ ਹੋਏ ਆਲਸ ਕੀਓ। ਜਿਸ ਤਰ੍ਹਾਂ ਰਾਜਾ ਜਿਹੜਾ ਹੈ ਉਹ ਆਲਸ ਕਰ ਲਵੇ, ਇਹੋ ਜਿਹੀ ਸੂਰਜ ਦੀ ਹਾਲ ਮੱਧਮ ਜਿਹਾ ਪੈ ਗਿਆ ਸੂਰਜ ਵੀ। ਨਰ ਨਾਰਨਾ ਕੋ ਸੀਤ ਕੰਪਾਵਤ। ਠੰਡ ਨਾਲ ਇਸਤਰੀਆਂ ਪੁਰਸ਼ ਸਾਰੇ ਠਰਦੇ ਮਰਦੇ ਹੈ। ਮ੍ਰਿਗ ਬਨਸਬਾਸੀ ਤਨਹਿ ਦੁਖਾਵਤ। ਇਸਤਰੀਆਂ ਪੁਰਸ਼ਾਂ ਨੂੰ ਠੰਡ ਕੰਬਾ ਰਹੀ ਹੈ। ਹਿਰਨ ਜਿਹੜੇ ਹੈ ਜੰਗਲਾਂ ਵਿੱਚ ਰਹਿਣ ਵਾਲੀ ਜੀਵ ਨਿਵਾਸੀ ਹੈ, ਉਹਨਾਂ ਨੂੰ ਵੀ ਇਹ ਠੰਡ ਬੜੀ ਦੁਖਾ ਰਹੀ, ਦੁੱਖ ਦੇ ਰਹੀ ਹੈ। ਕਾਹੋਂ ਸਮੇਂ ਨਿਰਪ ਹੋਏ ਬਿਨ ਜੋਰਾ। ਜਿਵੇਂ ਕਿਸੇ ਸਮੇਂ ਰਾਜਾ ਜਿਹੜਾ ਬਿਨਾਂ ਜ਼ੋਰ ਬਲ ਤੋਂ ਹੋ ਜੇ। ਜਿਉਂ ਦੁਖ ਦੇਹੈ ਪ੍ਰਜਾ ਕੋ ਚੋਰਾ। ਜਿਵੇਂ ਕਿਸੇ ਸਮੇਂ ਰਾਜਾ ਬਲ ਤੋਂ ਰਹਿਤ ਹੋ ਜੇ ਤੇ ਚੋਰ ਲੋਕ ਉਹਦੀ ਪ੍ਰਜਾ ਨੂੰ ਬੜਾ ਦੁੱਖ ਦਿੰਦੇ ਆ, ਲੁੱਟਦੇ ਮਾਰਦੇ ਖੁੰਦੇ ਹਨ। ਨਿਸ ਦੀਰਘ ਮਹਿ ਲੇਤ ਨਿਹਾਲੀ। ਰਾਤਾਂ ਵੱਡੀਆਂ ਹੈ, ਲੋਕ ਜਿਹੜੇ ਹੈ ਐਵੇਂ ਜਿਹੜੀਆਂ ਰਜਾਈਆਂ ਉਹ ਉੱਪਰ ਲੈਂਦੇ ਹੈ। ਸੋਵਹਿ ਸੀਤ ਬਿਦਾਰ ਸੁਖਾਲੀ। ਪਾਲੇ ਨੂੰ ਦੂਰ ਕਰਕੇ ਬੜਾ ਸੁਖਾਲਾ ਰਜਾਈਆਂ ਲੈ ਕੇ ਤੇ ਲੋਕ ਸੌਂਦੇ ਹਨ। ਜਿਉਂ ਸਤਿਗੁਰ ਕੀ ਲੈ ਪੱਗ ਧੂਰੀ। ਜਿਵੇਂ ਸਤਿਗੁਰੂ ਪੂਰਿਆਂ ਦੀ ਸਿੱਖ ਚਰਨਾਂ ਦੀ ਧੂੜੀ ਲੈ ਕੇ। ਭਵ ਸੰਕਟ ਸਿੱਖ ਕਰਹਿ ਦੂਰੀ। ਸੰਸਾਰ ਦੇ ਜਿਹੜੇ ਦੁੱਖਾਂ ਦੇ ਸੰਕਟ ਹੈ ਉਹ ਸਿੱਖ ਸਾਰੇ ਦੂਰ ਕਰ ਲੈਂਦਾ ਹੈ ਜਦੋਂ ਪੂਰਿਆਂ ਸਤਿਗੁਰਾਂ ਦੇ ਚਰਨਾਂ ਦੀ ਧੂੜੀ ਨੂੰ ਗ੍ਰਹਿਣ ਕਰ ਲੈਂਦਾ ਹੈ। ਗੁਰੂ ਦੇ ਚਰਨਾਂ ਦੀ ਧੂੜ ਬਣ ਕੇ ਨਿਮਰਤਾ ਗਰੀਬੀ ਵਾਲਾ ਹੋ ਕੇ ਜਿਹੜਾ ਰਹਿੰਦਾ ਹੈ। ਆਤਬ ਖਰੀ ਸੁਹਾਏ ਸਰੀਰ। ਸਰੀਰ ਨੂੰ ਜਿਹੜੀ ਖਰੀ ਚੰਗੀ ਧੁੱਪ ਹੈ ਉਹ ਬੜੀ ਸੋਭਨੀਕ ਹੁੰਦੀ ਹੈ। ਜਦੋਂ ਸਿਆਲ ਵਿੱਚ ਧੁੱਪ ਨਿਕਲਦੀ ਸਾਨੂੰ ਜਾਨਾਂ ਪੈ ਜਾਂਦੀਆਂ, ਸਾਡੇ ਸਰੀਰਾਂ ਵਿੱਚ ਵੀ ਧੁੱਪ ਚੜ੍ਹੀ ਆ ਜਾਂ ਇਹੋ ਜਿਹਾ ਹਿਮਕਰ ਦਾ ਸਮਾਂ ਹੈ। ਸਿਆਲ ਦੀ ਰੁੱਤ ਮੱਘਰ ਪੋਹ ਦੇ ਦਿਨ
ਸਰੀਰ ਨੂੰ ਧੁੱਪ ਬੜੀ ਸੋਭਨੀਕ ਚੰਗੀ ਲੱਗਦੀ ਹੈ। ਜਿਉ ਸਤ ਸੰਗ ਤੇ ਜਨ ਮਤ ਧੀਰਾ। ਬੁੱਧੀਵਾਨਾਂ ਨੂੰ ਜਿਵੇਂ ਸਤ ਸੰਗਤ ਬੜੀ ਜਿਹੜੀ ਹੈ ਲਾਭਦਾਇਕ ਚੰਗੀ ਲੱਗਦੀ ਹੈ, ਸੋਭਨੀਕ ਹੁੰਦੀ ਹੈ, ਜਾਂ ਬੁੱਧੀ ਜਨਾਂ ਦੀ ਜਿਹੜੀ ਸਤ ਸੰਗ ਹੈ ਉਹਨਾਂ ਦਾ ਜਿਹੜਾ ਮੇਲ ਮਿਲਾਪ ਹੈ ਸ੍ਰੇਸ਼ਟ ਜਨਾਂ ਨੂੰ ਬੜਾ ਚੰਗਾ ਲੱਗਦਾ ਹੈ। ਸੀਤਲ ਬਹਿ ਨੀਰ ਸਮੀਰਾ। ਹਵਾ ਜਿਹੜੀ ਹੈ ਉਹ ਵੀ ਠੰਡੀ ਠਾਰ ਵਗ ਰਹੀ ਹੈ, ਠੰਡੇ ਜਿਹੜੇ ਪਾਣੀ ਟੋਏ ਟਿੱਬਿਆਂ 'ਚ ਵਹਿ ਰਹੇ ਹਨ। ਜੋ ਰੰਕਨ ਕੋ ਕਰਤ ਅਧੀਰਾ। ਜੋ ਜਿਹੜੇ ਵਿਚਾਰੇ ਕੰਗਾਲ ਜੇ ਹੈ ਉਹਨਾਂ ਨੂੰ ਧੀਰਜਤਾ ਤੋਂ ਰਹਿਤ ਕਰ ਰਹੀ ਹੈ, ਘਬਰਾਹਟ ਹੋ ਰਹੀ, ਔਖਿਆਂ ਕਰ ਰਹੀ ਇਹ ਠੰਡ। ਜਿਉ ਬਿਨ ਸਤਿਗੁਰ ਤੇ ਰਖਵਾਰਾ। ਜਿਵੇਂ ਬਿਨਾਂ ਸਤਿਗੁਰੂ ਗੁਰੂ ਜੀ ਦੀ ਰਖਵਾਲੀ ਨਾ ਕਰਨ ਤੇ ਰਖਵਾਲੀ ਤੋਂ ਬਿਨਾਂ ਜਿਹੜਾ ਮਨੁੱਖ ਹੋਵੇ। ਜਗਿਆਸੀ ਕੋ ਕਰਤ ਬਿਕਾਰਾ। ਜਿਵੇਂ ਸਤਿਗੁਰਾਂ ਦੀ ਰਖਵਾਲੀ ਤੋਂ ਬਿਨਾਂ ਜਗਿਆਸੂ ਮੁਕਤੀ ਦੀ ਇੱਛਾ ਵਾਲੇ ਨੂੰ ਜਿਵੇਂ ਵਿਕਾਰ ਦੁਖੀ ਕਰਦੇ ਹੈ। ਅਸ ਹਿੰਮਤ ਰਿਤ ਮਹਿ ਜਗ ਕੰਤਾ। ਅਸ ਹਿੰਮਤ, ਹਿੰਮਤ ਨਹੀਂ ਹਿਮੰਤ। ਇਸ ਤਰ੍ਹਾਂ ਜਿਹੜੀ ਹਿੰਮਤ ਰੁੱਤ ਹੈ, ਮੱਘਰ ਪੋਹ ਦੇ ਮਹੀਨੇ ਸਿਆਲ ਦੀ ਰੁੱਤ, ਉਹਦੇ ਵਿੱਚ ਸਤਿਗੁਰੂ ਜਗਤ ਦੇ ਮਾਲਕ ਗੁਰੂ ਨਾਨਕ ਸਾਹਿਬ ਜੀ ਪਰੇ ਰਹਿ ਸੁਖਦਾਨੀ ਸੰਤਾ। ਸੰਤਾਂ ਨੂੰ ਸੁਖ ਦੇਣ ਵਾਲੇ ਐਵੇਂ ਪਏ ਰਹਿੰਦੇ ਹਨ। ਕਿਸ ਸਿਉ ਮਿਲਹਿ ਨਾ ਬੋਲਹਿ ਬਾਣੀ। ਕਿਸੇ ਨਾਲ ਨਹੀਂ ਮਿਲਦੇ, ਕਿਸੇ ਨਾਲ ਬੋਲ ਬਾਣੀ ਬਚਨ ਨਹੀਂ ਕਰਦੇ। ਰਹਿ ਇਕਾਂਕੀ ਗੁਣ ਗਨ ਖਾਨੀ। ਸਮੂਹ ਗੁਣਾਂ ਦੀ ਖਾਣ ਗੁਰੂ ਨਾਨਕ ਸਾਹਿਬ ਜੀ ਇਕਾਂਤ ਇਕੱਲੇ ਹੀ ਰਹਿੰਦੇ ਹਨ। ਅਸ ਬਿਦ ਸੋ ਜੁਗ ਮਾਸ ਬਿਤਾਈ। ਇਸ ਤਰ੍ਹਾਂ ਕੱਲਿਆਂ ਹੋ ਕੇ ਗੁਰੂ ਨਾਨਕ ਸਾਹਿਬ ਜੀ ਨੇ ਇਕਾਂਤ ਵਿੱਚ 2 ਮਹੀਨੇ ਬਿਤਾ ਦਿੱਤੇ, ਮੱਘਰ ਪੋਹ ਦਾ ਮਹੀਨੇ ਵੀ ਨਿਗਾਹ ਦਿੱਤੇ ਹਨ। ਫਿਰਨ ਲੱਗੇ ਪੁਨ ਸਹਿਜ ਸੁਭਾਏ। ਮਾਘ ਫੱਗਣ ਦਾ ਮਹੀਨਾ ਜਦੋਂ ਚੜ੍ਹਿਆ ਹੈ, ਸੁੱਤੇ ਸੇਧੀ ਗੁਰੂ ਜੀ ਐਵੇਂ ਆਪਣੀ ਮੌਜ ਵਿੱਚ ਆ ਕੇ ਫਿਰਨ ਲੱਗੇ, ਵਿਚਰਨ ਲੱਗੇ ਹਨ। ਰੋਚ ਸੋ ਖਾਨ ਪਾਨ ਕੋ ਕਰਹੀ। ਹਰਦਾਸ ਵੈਦ ਕਹਿੰਦਾ ਰਹਿ ਗਿਆ, ਮਾਤਾ ਪਿਤਾ ਸੰਬੰਧੀ ਕਹਿੰਦੇ ਰਹਿ ਗਏ, ਗੁਰੂ ਜੀ ਨੇ ਕਿਸੇ ਦੇ ਆਖੇ ਲਾ ਕੇ ਕੁਝ ਨਹੀਂ ਖਾਧਾ ਪੀਤਾ। ਹੁਣ ਆਪਣੀ ਮੌਜ ਵਿੱਚ ਆਏ ਹੈ, ਖਾਣ ਪੀਣ ਚੰਗਾ ਕਰਦੇ ਐ। ਮਾਤ ਬਿਲੋਕ ਹਰਖ ਔਰ ਧਰਹੀ। ਖਾਣਾ ਪੀਣਾ ਬੜੇ ਪ੍ਰੇਮ ਨਾਲ ਛਕਦੇ ਐ। ਮੌਜ ਵਿੱਚ ਆ ਕੇ ਮਾਤਾ ਦੇਖ ਦੇ ਕੇ ਸਦਕੇ ਬਲਹਾਰ ਜਾਂਦੀ, ਹਿਰਦੇ 'ਚ ਬੜਾ ਖੁਸ਼ ਹੁੰਦੀ ਹੈ ਮਾਤਾ ਜੀ। ਜਾਨਤ ਭਈ ਅਨਾਮੰ ਤਨ ਕੋ। ਮਾਤਾ ਜੀ ਜਾਣਨ ਲੱਗੇ ਐ ਕਿ ਸਾਡੇ ਸਪੁੱਤਰ ਗੁਰੂ ਨਾਨਕ ਸਾਹਿਬ ਜੀ ਦਾ ਸਰੀਰ ਨਿਰੋਗ ਹੋ ਗਿਆ, ਹੁਣ ਇਹਨਾਂ ਨੂੰ ਕੋਈ ਰੋਗ ਨਹੀਂ ਹੈ। ਦੀਨੋ ਦਾਨ ਦਿਜਨ ਸਭਨ ਕੋ। ਇੰਨੀ ਵੱਡੀ ਗੱਲ, ਸਪੁੱਤਰ ਠੀਕ ਹੋ ਗਏ, ਹੋਰ ਕੀ ਚਾਹੀਦਾ। ਗਰੀਬ ਗੁਰਬੇ ਕੰਗਾਲਾਂ ਨੂੰ, ਬ੍ਰਾਹਮਣਾਂ ਨੂੰ ਬੜੀ ਦਾਨ ਦਕਸ਼ਣਾ ਦਿੱਤੀ ਖੁੱਲੀ। ਸੁੰਦਰ ਬਸਤਰ ਨਵੀਨ ਬਣਾਏ। ਸਪੁੱਤਰ ਗੁਰੂ ਨਾਨਕ ਸਾਹਿਬ ਜੀ ਦੇ ਵਾਸਤੇ ਮਾਤਾ ਜੀ ਨੇ ਕਿ ਫੱਗਣ ਮਾਘ ਦੇ ਦਿਨ ਜਿਹੜੇ ਉਸ ਸਮੇਂ ਕੱਪੜੇ ਚੱਲਦੇ ਆ, ਵਸਤਰ, ਸੋਹਣੇ ਵਸਤਰ ਮਾਤਾ ਜੀ ਨੇ ਨਵੇਂ ਦਰਜੀ ਪਾਸੋਂ ਬਣਵਾਏ ਐ। ਸੁਤ ਕੋ ਯੁਤ ਦੁਲਾਰ ਪਹਿਰਾਏ। ਬੜੇ ਲਾਡ ਪਿਆਰ ਦੇ ਸਹਿਤ ਮਹਾਰਾਜ ਜੀ ਨੂੰ ਉਹ ਵਸਤਰ ਪਹਿਨਾਏ ਹੈ। ਬਦਨ ਸਦਨ ਸ਼ਬ ਪੁਨ ਪੁਨ ਦੇਖੀ। ਸਤਿਗੁਰੂ ਜੀ ਦੀ ਜਿਹੜੀ ਸੋਭਾ ਦਾ ਘਰ ਗੁਰੂ ਜੀ ਦਾ ਮੁੱਖ ਹੈ, ਮਾਤਾ ਜੀ ਬਾਰ-ਬਾਰ ਦੇਖਦੇ, ਭੁੱਖ ਨਹੀਂ ਲੈਂਦੀ। ਵੱਡ ਭਾਗਨ ਲਖ ਆਪ ਬਿਸ਼ੇਖੀ। ਆਪਣੇ ਆਪ ਨੂੰ ਮਾਤਾ ਜੀ ਵੱਡਿਆਂ ਭਾਗਾਂ ਵਾਲੀ ਜਾਣਦੀ ਹੈ। ਗਿਆਤਨ ਕੀ ਪੰਗਤ ਜਗ ਮੂਲਾ। ਜਗਤ ਦੇ ਜੋ ਕਾਰਨ, ਜਗਤ ਨੂੰ ਲਿਆਉਣ ਵਾਲੇ ਸਤਿਗੁਰੂ ਮਹਾਰਾਜ ਜੀ, ਜਗਤ ਦਾ ਜੋ ਮੁੱਢ ਹੈ ਸਤਿਗੁਰੂ ਜੀ, ਆਪਣੇ ਗਿਆਤੀ ਸੰਬੰਧੀਆਂ ਭਾਈਚਾਰੇ ਸ਼ਰੀਕੇ ਵਿੱਚ ਉਹਨਾਂ ਦੀਆਂ ਹੁਣ ਜਿੱਥੇ ਉਹ ਬੈਠਦੇ ਹੈ
ਉਹਨਾਂ ਵਿੱਚ ਜਾ ਬੈਠਦੇ ਹਨ। ਵੈਸਹਿ ਭੇ ਕਾਲੂ ਅਨਕੂਲਾ। ਆਪਣੇ ਪਿਤਾ ਬਾਬਾ ਕਲਿਆਣ ਚੰਦ ਦੇ ਅਨੁਸਾਰੀ ਆਗਿਆ ਵਿੱਚ ਹੋ ਕੇ ਆਪਣੇ ਸਕੇ ਸੰਬੰਧੀ ਭਾਈਚਾਰੇ ਸ਼ਰੀਕੇ 'ਚ ਗੁਰੂ ਜੀ ਬੈਠਣ ਲੱਗ ਪਏ ਹਨ। ਹੁਣ ਲੋਕਿਕ ਰੀਤ ਮਿਲਨ ਪੁਨ ਬੋਲਨ। ਲੋਕਾਂ ਦੀ ਜਿਹੜੀ ਰੀਤ ਹੈ ਵੀ ਕੋਈ ਆਇਆ ਹੈ ਉਹਨੂੰ ਮਿਲੋ, ਕੋਈ ਆਇਆ ਹੈ ਉਹਦੇ ਨਾਲ ਬੋਲੋ, ਕੁਝ ਆਪਣੀਆਂ ਸੁਣਾਓ, ਕਿਸੇ ਦੀਆਂ ਸੁਣਾਓ। ਫਿਰ ਲੌਕਿਕ ਰੀਤ, ਕੋਈ ਮਰ ਖੱਬ ਗਿਆ ਹੈ ਉੱਥੇ ਜਾਣਾ, ਕੋਈ ਵਿਆਹ ਸ਼ਾਦੀ ਫਿਰ ਉੱਥੇ ਜਾਣਾ। ਲੌਕਿਕ ਰੀਤਾਂ ਲੌਕਿਕ ਜਿਹੜੇ ਕਾਰ ਵਿਹਾਰ ਸਤਿਗੁਰ ਜੀ ਸਾਰੇ ਕਰਨ ਲੱਗ ਪਏ ਹਨ। ਹੁਣ ਕਰਹੀਂ ਸਭ ਬਿਦ ਪੁਰ ਮਹਿ ਡੋਲਨ। ਸਾਰੀ ਰਾਏ ਭੋਏ ਦੀ ਤਲਵੰਡੀ ਨਗਰ ਵਿੱਚ ਮਹਾਰਾਜ ਲੌਕਿਕ ਕਾਰ ਵਿਹਾਰ, ਮਰੇ ਤੇ ਸ਼ਾਦੀਆਂ ਵਿਆਹਾਂ ਆਦਿਕ, ਜਿਵੇਂ ਵਿਆਹਾਂ ਸ਼ਾਦੀਆਂ 'ਚ ਬਹਿ ਕੇ ਠੱਠੇ ਮਖੌਲ ਕਰਨੇ, ਹੱਸਣਾ ਖੇਡਣਾ। ਫਿਰ ਜਦੋਂ ਕੋਈ ਚੜ੍ਹਾਈ ਕਰ ਗਿਆ ਉੱਥੇ ਅਫਸੋਸ ਆਦਿਕ ਕਰਨਾ। ਗੁਰੂ ਜੀ ਪਿਤਾ ਜੀ ਦੇ ਅਨੁਸਾਰੀ ਹੋ ਕੇ ਸਾਰਾ ਕੁਝ ਪੂਰੀ ਵਿੱਚ ਵਿਚਰਦੇ ਹਨ। ਹੁਣ ਸੁੰਦਰ ਸ਼ੋਭਤ ਬੈਸ ਕਿਸ਼ੋਰਾ। ਜਿਹੜੀ ਕਿਸ਼ੋਰ ਉਮਰਾ ਸਤਿਗੁਰ ਜੀ ਦੀ ਬੜੀ ਸੋਭਨੀਕ ਹੋ ਰਹੀ, ਬੜੀ ਸੋਭ ਰਹੀ ਹੈ। 1 ਸਾਲ ਤੋਂ 11 ਸਾਲ ਤੱਕ ਬਚਪਨਾ ਬਾਲਪਣਾ ਹੈ। 11 ਤੋਂ 15 ਸਾਲ ਤੱਕ ਦੀ ਜਿਹੜੀ ਉਮਰ ਉਹਨੂੰ ਕਿਸ਼ੋਰ ਉਮਰ ਕਹਿੰਦੇ ਹੈ, ਕਿਸ਼ੋਰ ਉਮਰਾ। 15 ਤੋਂ ਉੱਤੇ ਜਿਹੜੀ ਉਹ ਚੜ੍ਹੀ ਜਵਾਨੀ ਮੰਨੀ ਜਾਂਦੀ 16 ਸਾਲ ਤੋਂ। ਫਿਰ 30 ਕੁ ਸਾਲ ਤੱਕ ਜਵਾਨੀ ਲਾ ਲਓ, ਫਿਰ ਤੇ ਉਮਰ ਢਲਣੀ ਪਿੱਛੇ ਚਲੀ ਜਾਂਦੀ ਗ੍ਰਹਿਸਥ ਜੀਵਨ ਤੋਂ ਬਾਅਦ। ਕਿਸ਼ੋਰ ਉਮਰ ਆ ਸਤਿਗੁਰੂ ਜੀ ਦੀ 14-15 ਸਾਲ ਦੀ ਬੜੀ ਸੋਭ ਰਹੀ ਹੈ। ਗਿਰਾ ਮ੍ਰਿਦਲ ਮਦਰੀ ਚਿਤ ਚੋਰਾ। ਗੁਰੂ ਜੀ ਦੀ ਜਿਹੜੀ ਬਾਣੀ ਹੈ ਬੜੇ ਮਿੱਠੇ ਦੇ ਕੋਮਲ ਬਚਨ ਹੈ, ਜਿਹਦੇ ਨਾਲ ਕਰਦੇ ਚਿੱਤ ਨੂੰ ਚਰਾ ਲੈਂਦੇ, ਮਨ ਮੋਹਣ ਬਚਨ ਹੈ ਸਤਿਗੁਰੂ ਜੀ ਦੇ। ਲਲਿਤ ਬਿਲੋਚਨ ਦਲ ਉਤਪਲ ਸੇ। ਨੇਤਰ ਬੜੇ ਸੁੰਦਰ ਹੈ, ਕਵਲ ਦੀਆਂ ਪੱਤੀਆਂ ਵਰਗੇ ਚੌੜੇ ਹਨ। ਤਾਰੇ ਸ਼ਾਮ ਗੰਡਕੀ ਸਿਲ ਸੇ। ਜਿਹੜੇ ਨੇਤਰਾਂ ਵਿੱਚ ਆ ਤਾਰੇ ਹੈ, ਗੋਲ ਗੋਲ ਅੱਖਾਂ ਦੇ ਵਿੱਚ ਕਾਲਾਪਨ ਹੈ ਨਾ, ਉਹ ਸਤਿਗੁਰ ਜੀ ਦੇ ਬੜੇ ਕਾਲੇ ਹੈ। ਕਈਆਂ ਦੀ ਅੱਖਾਂ ਵਿੱਚ ਦਾਗੀਆਂ ਦੀ ਅੱਖਾਂ ਹੁੰਦੀਆਂ ਲਾਲ ਲਾਲ ਜੀਆਂ। ਮਹਾਰਾਜ ਦੇ ਨੇਤਰ ਪਾਸਿਆਂ ਤੋਂ ਐ ਚਿੱਟੇ ਹਨ, ਸਾਫ਼। ਅਤੇ ਜਿਹੜਾ ਕਾਲੇ ਤਾਰੇ ਜੇ ਬੜੇ ਉਹ ਕਾਲੇ ਹਨ। ਕਿਵੇਂ? ਜਿਵੇਂ ਗੰਡਕੀ ਨਦੀ ਹੁੰਦੀ ਹੈ, ਉਹਦੇ ਵਿੱਚ ਪੱਥਰ ਕਾਲੇ ਨਿਕਲਦੇ ਹੈ, ਉਹਦੇ ਕਿਨਾਰੇ ਤੇ ਦੇ ਵਿੱਚ ਵੀ। ਜਿਹੜੇ ਗੰਡਕੀ ਨਦੀ ਵਿੱਚੋਂ ਪੱਥਰ ਕਾਲੇ ਨਿਕਲਦੇ, ਉਹਦੀ ਸਾਲਗ੍ਰਾਮ ਬਣਾ ਕੇ ਤੇ ਹਿੰਦੂ ਲੋਕ ਮੰਦਰਾਂ ਵਿੱਚ ਰੱਖ ਕੇ ਪੂਜਾ ਕਰਦੇ ਹੈ। ਗੰਡਕੀ ਨਦੀ ਦੇ ਸਿਲਾਂ ਵਰਗੇ, ਪੱਥਰਾਂ ਵਰਗੇ ਗੁਰੂ ਜੀ ਦੇ ਨੇਤਰ ਬੜੇ ਕਾਲੇ ਹਨ, ਅੱਖਾਂ ਦੇ ਤਾਰੇ। ਸੋਰਠਾ ਬਣੀ ਸੋ ਪ੍ਰਗਟੀ ਬੰਕ। ਨੇਤਰਾਂ ਦੇ ਉੱਪਰ ਜਿਹੜੇ ਭਰਵੱਟੇ ਹੈ ਉਹ ਬੜੇ ਟੇਢੇ ਜੇ ਬਣ ਰਹੇ ਹੈ। ਜਿਉ ਕਮਾਨ ਇਹ ਕਾਮ ਕੀ। ਜਿਵੇਂ ਕਾਮਦੇਵ ਦੀ ਕਮਾਨ ਤੀਰ ਹੈ, ਤਿਰਛਾ ਧਨਖ ਹੈ, ਉਸੇ ਤਰ੍ਹਾਂ ਦੇ ਗੁਰੂ ਜੀ ਦੇ ਭਰਵੱਟੇ ਹੈ, ਧਨਖ ਵਾਂਗ ਤਿਰਛੇ ਜੇ ਟੇਢੇ ਬੰਕੇ। ਕਿਦੋਂ ਇੰਦ ਅਕਲੰਕ। ਸੋਹਣੇ ਨੱਕ ਜਿਨ ਲੰਬੜੇ ਵਾਲਾ, ਬੰਕੇ ਲੋਇਣ। ਸਤਿਗੁਰ ਜੀ ਦੇ ਜਿਹੜੇ ਨੇਤਰ ਹੈ ਉਹ ਬੰਕੇ ਹੈ, ਕਟਾਕਸ਼ ਨੇਤਰ ਹੈ ਸਤਿਗੁਰੂ ਜੀ ਦੇ। ਜਿਵੇਂ ਕਹਿੰਦੇ ਚੰਦਰਮਾ ਕਲੰਕ ਤੋਂ ਰਹਿਤ। ਸਦਨ ਤਾਸ ਮਹਿਰਾਬ ਸੀ। ਉਸ ਦੇ ਦਰਵਾਜ਼ੇ, ਚੰਦਰਮਾ ਦੇ ਘਰ ਦੇ ਦਰਵਾਜ਼ੇ ਦੇ ਅੱਗੇ ਜਿਵੇਂ ਡਾਟ ਹੈ ਨਾ, ਡਾਟ ਵਾਂਗੂ ਗੁਰੂ ਜੀ ਦੇ ਆ ਨੇਤਰਾਂ ਦੇ ਭਰਵੱਟੇ ਹਨ, ਬੰਕੇ। ਚੌਪਈ ਮੰਦ ਮੰਦ ਸੁੰਦਰ ਗਤ ਜਲਹੀ। ਸੱਚੇ ਪਾਤਸ਼ਾਹ ਜੀ ਹੌਲੀ ਹੌਲੀ ਬੜੀ ਸੁੰਦਰ ਚਾਲ ਵਿੱਚ ਚੱਲਦੇ ਹਨ।
ਦਇਆ ਦ੍ਰਿਸ਼ਟ ਦੇਖਹਿ ਦੁਖ ਦਲਹੀ। ਹੌਲੀ ਹੌਲੀ ਮਹਾਰਾਜ ਚੱਲਦੇ, ਸੁੰਦਰ ਚਾਲੇ, ਜਿਹਦੇ ਵਾਲੀ ਵੇਖਦੇ ਐ ਦੁੱਖਾਂ ਨੂੰ ਦਲ ਮਲ ਦਿੰਦੇ, ਨਾਸ ਕਰ ਦਿੰਦੇ ਹਨ। ਨਿਜ ਇੱਛਾ ਬੇਦੀ ਕੁਲ ਕੇ ਤੂ। ਬੇਦੀਆਂ ਦੀ ਕੁਲ ਦੇ ਨਿਸ਼ਾਨ ਸਤਿਗੁਰੂ ਨਾਨਕ ਸਾਹਿਬ ਜੀ ਆਪਣੀ ਇੱਛਾ ਅਨੁਸਾਰ ਵਿਚਰਦੇ ਹੈ। ਵਿਚਰਹਿ ਕਿਰਤ ਨਾ ਕਰਤਨ ਕੇ ਤੂ। ਘਰ ਦਾ ਕੰਮ ਗੁਰੂ ਜੀ ਕੋਈ ਨਹੀਂ ਕਰਦੇ, ਮੌਜ ਵਿੱਚ ਆ ਕੇ ਆਪਣੀ ਇੱਛਾ ਅਨੁਸਾਰ ਵਿਚਰਦੇ ਹਨ। ਐਸੇ ਕਿੰਚਤ ਕਾਲ ਬਿਤਾਇਓ। ਇਹਦਾ ਮਤਲਬ ਇਹ ਨਹੀਂ ਕਿ ਸਤਿਗੁਰੂ ਜੀ ਵੀ ਘਰ ਦੇ ਕੰਮਾਂ ਤੋਂ ਡਰਦੇ ਤੇ ਐਵੇਂ ਤੁਰੇ ਫਿਰਦੇ, ਇਹੋ ਜਿਹੀ ਗੱਲ ਕੋਈ ਨਹੀਂ ਹੈ। ਜਿਹੜੇ ਪਰਾ ਭਗਤੀ ਵਿੱਚ ਲੀਨ ਹੈ ਨਾ, ਰੱਬ ਦੇ ਪਿਆਰੇ, ਉਹ ਸੰਸਾਰ ਦੇ ਬਹੁਤੇ ਧੰਦਿਆਂ ਵਿੱਚ ਆਪਣਾ ਟਾਈਮ ਨਹੀਂ ਦਿੰਦੇ। ਉਹ ਕੋਈ ਇਹੋ ਜਿਹੇ ਕੰਮਾਂ ਵਿੱਚ ਆਪਣਾ ਮਤਲਬ ਨਹੀਂ ਰੱਖਦੇ। ਜਿਹੜੇ ਕੰਮਾਂ ਧੰਦਿਆਂ ਵਿੱਚ ਆਪਣਾ ਮਤਲਬ ਬਹੁਤਾ ਰੱਖਦੇ, ਉਹ ਭਗਤੀ ਵਾਲਿਆਂ ਨੂੰ ਨਿਕੰਮਾ ਹੀ ਕਹਿੰਦੇ ਜੀ। ਉਹ ਕਹਿੰਦੇ ਜਮਾ ਹੀ ਨਿਕੰਮਾ, ਇਹ ਤੇ ਨਾ ਹੋਇਆ ਬਰਾਬਰ ਹੀ ਹੈ, ਕੀ ਹੋਇਆ ਤੇ ਕੀ ਨਾ ਹੋਇਆ। ਪਰ ਜਿਹੜੇ ਵਿਰਾਗੀ ਹੈ ਨਾ, ਸੰਤ ਸਾਧੂ, ਉਹ ਤੇ ਐਸਾ ਹੀ ਰਹਿੰਦੇ ਹੈ, ਸੰਸਾਰ ਦੇ ਕੰਮਾਂ ਤੋਂ ਅਤੀਤ। ਜੇ ਮਿਲ ਗਿਆ ਤੇ ਖਾ ਲਿਆ, ਜੇ ਕੱਪੜਾ ਮਿਲ ਗਿਆ ਤੇ ਪਾ ਲਿਆ। ਸਾਡੀਆਂ ਹੁਣ ਇੱਛਾਵਾਂ ਜ਼ਿਆਦੀਆਂ, ਉਮਰ ਸਾਡੀ ਥੋੜ੍ਹੀ ਹੈ, ਵਾਸ਼ਨਾ ਸਾਡੀ ਜ਼ਿਆਦੀ ਹੈ, ਤੇ ਉਹ ਸਾਡੀ ਪੂਰੀ ਕੋਈ ਨਹੀਂ ਹੁੰਦੀ। ਵਾਸ਼ਨਾ ਦੇ ਕਰਕੇ ਸਾਨੂੰ ਸਾਡਾ ਮਨ ਚੰਚਲ ਹੈ 24 ਘੰਟੇ। ਜਿਨ੍ਹਾਂ ਨੇ ਮਨ ਨੂੰ ਦ੍ਰਿੜ ਕੀਤਾ ਵਿਰਾਗ ਵਿੱਚ, ਉਹਨਾਂ ਨੂੰ ਭਾਈ ਸੰਸਾਰ ਦੇ ਜੰਜਾਲਾਂ ਵਿੱਚ ਕੀ ਮਤਲਬ ਹੈ। ਗੁਰੂ ਨਾਨਕ ਸਾਹਿਬ ਜੀ ਘਰ ਦੇ ਕੰਮ ਐਵੇਂ ਕੋਈ ਨਹੀਂ ਕਰਦੇ, ਮੌਜ ਵਿੱਚ ਆ ਕੇ ਵਿਚਰਦੇ ਆ ਪੂਰੀ ਪੂਰੀ ਨਗਰੀ ਵਿੱਚ। ਜਗਤ ਉਦਾਰਨ ਹਿਤ ਜੋ ਆਇਓ। ਐਸੇ ਕਿੰਚਿਤ ਕਾਲ ਬਿਤਾਇਓ। ਇਸ ਤਰ੍ਹਾਂ ਸਤਿਗੁਰ ਜੀ ਨੇ ਆਪਣੀ ਮੌਜ ਵਿੱਚ ਕੁਝ ਸਮਾਂ ਬਿਤਾਇਆ ਹੈ। ਜਗਤ ਉਦਾਰਨ ਹਿਤ ਜੋ ਆਇਓ। ਜੋ ਗੁਰੂ ਨਾਨਕ ਸਾਹਿਬ ਜੀ ਆ ਜਗਤ ਨੂੰ ਤਾਰਨ ਵਾਸਤੇ ਆਏ ਹਨ। ਇੱਕ ਬਾਸਰ ਕਾਲੂ ਨਿਜ ਸਦਨਾ। ਇੱਕ ਦਿਨ ਆਪਣੇ ਘਰ ਵਿੱਚ ਬਾਬਾ ਕਲਿਆਣ ਚੰਦ ਜੀ ਬੈਸ ਬੁਲਾਇਓ ਬਾਰਜ ਬਦਨਾ। ਕਮਲ ਵਰਗੇ ਮੁਖ ਵਾਲੇ ਸਤਿਗੁਰੂ ਨਾਨਕ ਸਾਹਿਬ ਜੀ ਨੂੰ ਕੋਲ ਬੁਲਾਇਆ ਤੇ ਬੈਠ ਗਏ ਹਨ। ਦਰਬ ਕਮਾਵਨਾ ਸਿਖਵਨ ਹੇਤੂ। ਪੈਸਾ ਕਮਾਉਣ ਵਾਸਤੇ ਕਿ ਪੁੱਤਰ ਜੀ ਪੈਸਾ ਕਿਵੇਂ ਕਮਾਉਣਾ ਚਾਹੀਦਾ, ਵੀ ਪੈਸਾ ਕਮਾਉਣ ਗੁਰੂ ਨਾਨਕ ਸਾਹਿਬ ਜੀ ਵੱਡੇ ਹੋ ਰਹੇ ਹੈ ਕਿ ਹੁਣ ਨਹੀਂ ਕਮਾਉਣਾ ਤੇ ਕਦੋਂ ਕਮਾਉਣਾ ਹੈ। ਪੈਸਾ ਕਮਾਉਣ ਦੀ ਸਿੱਖਿਆ ਦੇਣ ਵਾਸਤੇ ਨਿਕਟ ਬਸਾਇਓ ਕਿਰਪਾ ਨਕੇਤੂ। ਕਿਰਪਾ ਦੇ ਘਰ ਗੁਰੂ ਨਾਨਕ ਸਾਹਿਬ ਜੀ ਨੂੰ ਐਨ ਕੋਲ ਹੀ ਕਰਕੇ ਬਿਠਾ ਲਿਆ ਕਿ ਪੁੱਤਰ ਜੀ ਆ ਸਾਡੇ ਪਾਸ ਹੀ ਬੈਠੋ। ਪ੍ਰੀਤ ਚਿੰਤ ਮਹਿ ਸਾਨੀ ਬਾਣੀ। ਜੋ ਬਚਨ ਬੜੇ ਪ੍ਰੇਮ ਵਿੱਚ ਵੀ ਹੈ ਤੇ ਚਿੰਤਾ ਵਿੱਚ ਵੀ ਨਿਮਾਣੇ ਜੇ ਹੋ ਕੇ ਬਾਣੀ ਬਚਨ ਕਹੇ ਪਿਤਾ ਜੀ ਨੇ। ਬੋਲਿਓ ਰੀਤ ਨੀਤ ਪਛਾਨੀ। ਐਵੇਂ ਰੀਤੀ ਜੀ ਮਰਿਆਦਾ ਅਨੀਤ ਜੀ ਪਛਾਣ ਕੇ, ਨਿਆਂ ਤੋਂ ਰਹਿਤ ਪਛਾਣ ਕੇ ਵੀ ਸਮਝਦੇ ਤੇ ਘੱਟ ਹੀ ਹੈ। ਐਵੇਂ ਢਿੱਲੇ ਜਿਹੇ ਮੁਖ ਨਾਲ ਹੀ ਬੋਲੇ ਹੈ ਬਾਬਾ ਕਲਿਆਣ ਚੰਦ ਜੀ। ਸੁਤ ਨਾਨਕ ਤੂੰ ਏਕ ਹਮਾਰੇ। ਪੁੱਤਰ ਗੁਰੂ ਨਾਨਕ ਸਾਹਿਬ ਥੋੜਾ ਬਹੁਤਾ ਤੇ ਸਮਝੋ, ਇੱਕੋ ਇੱਕ ਹੀ ਤੇ ਪੁੱਤਰ ਜੀ, ਤੁਸੀਂ ਸਾਡੇ ਪੁੱਤਰ ਹੋ। ਨਹਿ ਦੂਸਰ ਜੋ ਕਾਜ ਸੰਭਾਰੇ। ਕੋਈ ਦੂਸਰਾ ਭਰਾ ਵੀ ਨਹੀਂ ਹੈ ਕਿ ਚਲੋ ਜੇ ਤੁਸੀਂ ਨਾ ਕਰੋ ਤੇ ਆਪਣਾ ਤੁਹਾਡਾ ਦੂਜਾ ਭਰਾ ਹੀ ਕਰਦਾ ਕੰਮ ਕਾਰ ਸੰਭਾਲੇ। ਤੁਮ ਨ ਤਜ ਦੀਨੋ ਅਸਰੀ ਤੂ। ਤੁਸਾਂ ਨੇ ਤੇ ਇਸ ਢੰਗ ਤਰੀਕੇ ਨਾਲ ਤੇ ਕਰਦਾ ਕੰਮ ਜਿਹੜਾ ਉਹਦੇ ਛੱਡ ਹੀ ਮਾਰਿਆ ਹੈ। ਜਿਉ ਵਿਰਾਗ ਦਿਡ ਹੋਤ ਅਤੀ ਤੂ। ਜਿਵੇਂ ਕੋਈ ਫਕੀਰ ਫਕਰ ਦਰਵੇਸ਼ ਪੱਕਾ ਵਿਰਾਗ ਮਨ ਵਿੱਚ ਕਰਕੇ ਤੇ ਸਾਰੇ ਸੰਸਾਰ ਦੇ ਕੰਮ ਛੱਡ ਦਿੰਦਾ ਹੈ। ਜੇ ਉਹਨਾਂ ਨੂੰ ਮਿਲ ਜਾਵੇ ਖਾਣ ਨੂੰ ਖਾ ਲੈਂਦੇ ਹੈ, ਜੇ ਪਾਉਣ ਨੂੰ ਮਿਲ ਜਾਵੇ ਤੇ ਪਾ ਲੈਂਦੇ ਹੈ, ਨਹੀਂ ਤੇ ਰੁੱਖੀਆਂ ਖਾ ਕੇ ਦਿਨ ਕੱਟ ਲੈਂਦੇ ਹੈ, ਨਹੀਂ ਤੇ ਪਾਟੇ ਧੋਤੀਆਂ ਵੀ ਜੀ ਦਿਨ ਕੱਟ ਲੈਂਦੇ ਹੋ। ਸੰਤ ਵਿਰਾਗੀ ਪੁੱਤਰ ਜੀ ਤੁਸੀਂ ਤਾਂ ਫਕੀਰਾਂ ਦਰਵੇਸ਼ਾਂ ਫਕਰਾਂ ਵਾਲਾ ਜਾਂ ਧਾਰਨ ਕੀਤਾ ਹਿਰਦੇ ਵਿੱਚ,
ਪੱਕਾ ਹੀ ਵਿਰਾਗ ਧਾਰਨ ਕੀਤਾ ਉਹਨਾਂ ਵਾਂਗ। ਕਹੋ ਗ੍ਰਸਤ ਸਿਉ ਕਿਉ ਬਨ ਆਵੈ। ਉਹ ਜਿਹੜਾ ਫਕੀਰਾਂ ਨਾਲ ਬੈਠਣਾ ਉੱਠਣਾ ਹੈ ਉਹ ਮਲੰਗਾਂ ਨਾਲ, ਪੁੱਤਰ ਜੀ ਦੱਸੋ ਗ੍ਰਸਤ ਵਿੱਚ ਕਿਵੇਂ ਬਣ ਆਉਂਦਾ? ਸਾਨੂੰ ਗ੍ਰਸਤੀਆਂ ਨੂੰ ਤੇ ਉਹ ਕੰਮ ਨਹੀਂ ਕਰਨਾ ਬਣਦਾ। ਨਿਸ ਬਾਸੁਰ ਬਿਨ ਕਾਮ ਬਿਤਾਵੈ। ਰਾਤ ਦਿਨ ਤੁਸੀਂ ਬਿਨਾਂ ਕੰਮਾਂ ਤੋਂ ਹੀ ਲੰਘਾ ਦਿੰਦੇ, ਸਾਰਾ ਦਿਨ ਤੁਹਾਡਾ ਵੇਲਿਆਂ ਦਾ ਹੀ ਲੰਘ ਜਾਂਦਾ ਹੈ। ਮੁਝ ਜੀਵਤ ਜੇ ਲੇਤ ਸੰਭਾਰੀ। ਪੁੱਤਰ ਮੈਂ ਤੇ ਕਹਿੰਦਾ ਹਾਂ ਮੇਰੇ ਬੁੱਢੇ ਹੁੰਦਿਆਂ ਤੱਕ ਜੇ ਤੂੰ ਆ ਕੁਝ ਸੰਭਾਲ ਲਵੇਂ, ਮੇਰੇ ਜੀਂਦਿਆਂ ਕੁਝ ਬਣਾ ਲਵੇਂ। ਹੋ ਜਾਣਤ ਸੁਤ ਹੋਵੈ ਸੁਖਕਾਰੀ। ਫਿਰ ਮੈਂ ਜਾਣਾ ਕਿ ਮੇਰਾ ਪੁੱਤ ਸੁਖ ਕਰਨ ਵਾਲਾ ਮੇਰੇ ਘਰ ਵਿੱਚ ਪੈਦਾ ਹੋਇਆ ਹੈ। ਪੁੱਤਰ ਕੋਈ ਕੰਮ ਕਰ, ਕੁਝ ਨਾ ਕੁਝ ਸੋਚ, ਜੇ ਤੇਰੇ ਮੇਰੇ ਜੀਂਦਿਆਂ ਤੂੰ ਕੁਝ ਕਰ ਲਵੇਂ, ਘਰ ਦਾ ਕੰਮ ਸੰਭਾਲ ਲਵੇਂ, ਤੇ ਫਿਰ ਤੇ ਮੈਂ ਸਮਝਾਂ ਕਿ ਮੇਰਾ ਪੁੱਤਰ ਸੁਖ ਦੇਣ ਵਾਲਾ ਹੋਇਆ ਹੈ। ਤੁਝ ਜਨਮਤ ਮਨ ਪਾ ਪਰਵਾਸਾ। ਜਦੋਂ ਤੇਰਾ ਜਨਮ ਹੋਇਆ ਸੀ ਨਾ ਗੁਰੂ ਨਾਨਕ ਸੁਪੁੱਤਰ, ਮੈਨੂੰ ਤੇ ਤੇਰੇ ਤੇ ਬੜਾ ਭਰੋਸਾ ਯਕੀਨ ਪ੍ਰਵਾਸਾ ਸੀ। ਨਾਨਕ ਕਰਹਿ ਨਾਮ ਪ੍ਰਕਾਸ਼ਾ। ਕਿ ਮੇਰਾ ਪੁੱਤਰ ਨਾਨਕ ਮੇਰਾ ਬੜਾ ਨਾਮ ਪ੍ਰਕਾਸ਼ ਕਰੇਗਾ, ਚਾਰੇ ਪਾਸੇ ਮੇਰੀ ਜੈ ਜੈਕਾਰ ਹੋਊ ਵੀ ਕਲਿਆਣ ਚੰਦ ਦੇ ਸਪੁੱਤਰ ਗੁਰੂ ਨਾਨਕ ਬੜਾ ਕਮਾਊ ਹੈ। ਦਰਬ ਕਮਾਵਨ ਮੈਂ ਜਸ ਮੇਰੋ। ਸਪੁੱਤਰ ਜੀ ਤੁਹਾਨੂੰ ਮੈਂ ਦੱਸ ਦੇਣਾ, ਸਾਰੇ ਪਿੰਡ ਵਿੱਚ ਜਾ ਕੇ ਪੁੱਛ ਲਓ, ਪੈਸਾ ਕਮਾਉਣ ਵਿੱਚ ਮੇਰਾ ਬੜਾ ਜਸ ਹੈ। ਜਾਣਹਿ ਸਭ ਪੁਰ ਮਾਹੈ ਕਨੇਰੋ। ਸਾਰੇ ਪਿੰਡ ਵਿੱਚ ਹੀ ਲੋਕ ਜਾਣਦੇ ਨਗਰੀ ਰਾਏ ਭੋਏ ਦੀ ਤਲਵੰਡੀ ਵਿੱਚ ਕਿ ਕਲਿਆਣ ਚੰਦ ਪੈਸਾ ਕਮਾਉਣ ਵਿੱਚੋਂ ਤੇ ਪਹਿਲੇ ਨੰਬਰ ਤੇ ਹੈ। ਜਿਮ ਰਾਂਕਾ ਕੋ ਇੰਦ ਨਿਹਾਰੀ। ਜਿਵੇਂ ਆ ਚੰਦਰਮਾ ਆਕਾਸ਼ ਵਿੱਚ ਚੜ ਜਾਵੇ ਪੂਰਨਮਾਸ਼ੀ ਦਾ ਤੇ ਲੋਕ ਦੇਖਦੇ ਹੈ। ਦੇਖ ਸਰਹਿ ਸਭ ਨਰ ਨਾਰੀ। ਨਾਰੀ ਇਸਤਰੀਆਂ ਪੁਰਸ਼ ਦੇਖ ਕੇ ਬੜਾ ਸਲਾਉਂਦੇ, ਕਹਿੰਦੇ ਵੇਖੋ ਚੰਦਰਮਾ ਦੀ ਕਿੰਨੀ ਸੋਭਾ ਹੈ। ਰਾਹੋ ਸਰਸ ਤੂੰ ਪਾ ਕਰ ਮਾਹੀ। ਇਸੇ ਤਰ੍ਹਾਂ ਮੇਰੀ ਵਡਿਆਈ ਸੀ ਪੁੱਤਰ, ਜਿਵੇਂ ਚੰਦਰਮਾ ਨੂੰ ਰਾਹੂ ਕੇਤੂ ਚੰਬੜ ਜਾਣ ਦਾ ਉਹਦਾ ਸਾਰਾ ਉਹ ਗ੍ਰਹਿਣ ਲਾ ਦਿੰਦੇ ਉਹਨੂੰ। ਗੁਰੂ ਨਾਨਕ ਸਾਹਿਬ ਸੁਪੁੱਤਰ ਤੂੰ ਤੇ ਮੇਰੇ ਘਰ ਵਿੱਚ ਰਾਹੂ ਦੇ ਤੋਲੀ ਹੋ ਗਿਆ, ਮੈਨੂੰ ਚੰਦਰਮਾ ਵਰਗੇ ਨੂੰ ਰਾਹੂ ਹੀ ਮਿਲ ਗਿਆ ਹੈ। ਸਭ ਬਿਦ ਮੰਦ ਕਰਤ ਪਾਤਾਹੀ। ਉਹ ਚੰਦਰਮਾ ਨੂੰ ਰਾਹੂ ਮੰਦ ਕਰ ਦਿੰਦੇ, ਉਹਨੂੰ ਫਿੱਕਾ ਪਾ ਦਿੰਦੇ। ਇਸੇ ਤਰ੍ਹਾਂ ਮੇਰੇ ਜਸ ਵਡਿਆਈ ਨੂੰ ਤੇ ਤੁਸਾਂ ਨੇ ਪੈਦਾ ਹੋ ਕੇ ਫਿੱਕਾ ਹੀ ਪਾ ਦਿੱਤਾ, ਮੱਧਮ ਕਰ ਦਿੱਤਾ ਹੈ। ਏਕ ਨਾ ਮਤ ਮਨ ਬਨਜ ਕਰਨ ਕੀ। ਐਵੇਂ ਬੋਲੀ ਜਾਂਦੇ ਕਹੀ ਜਾਂਦੇ ਪੁੱਤਰ ਤੈਨੂੰ ਤੇ ਇੱਕ ਵੀ ਆ ਵਣਜ ਵਪਾਰ ਕਰਨ ਦੀ ਅਕਲ ਮਾਤੀ ਨਹੀਂ ਹੈ ਕਿ ਆ ਫਲਾਣਾ ਕੰਮ ਮੈਂ ਕਰਕੇ ਤੇ ਆਪ ਤਰੱਕੀ ਕਰ ਲਵਾਂ। ਬਹੁਰ ਨਾ ਖਤਰੀ ਰੀਤ ਬਰਨ ਕੀ। ਮੁੜ ਜਿਹੜੀ ਖੱਤਰੀਆਂ ਦੀ ਕੋਈ ਰੀਤੀ ਮਰਿਆਦਾ ਵੀ ਖੱਤਰੀ ਬਣ ਕੇ ਵਿਖਾਵਾਂ, ਮੈਂ ਛਤਰੀਆਂ ਦਾ ਸਪੁੱਤਰ ਉਹ ਵੀ ਤੁਹਾਨੂੰ ਕੁਝ ਪਤਾ ਨਹੀਂ ਹੈ। ਹਾਰਿਓ ਅਨੇਕ ਬਿਦਨ ਮਤ ਦੇ ਤੂੰ। ਤੁਹਾਨੂੰ ਤੇ ਸਪੁੱਤਰ ਨਾਨਕ ਜੀ ਮੱਤਾਂ ਦੇਂਦੇ ਮੈਂ ਤੇ ਹਾਰ ਹੀ ਹੰਬ ਗਿਆ ਹਾਂ। ਕਬ ਹੈ ਕਮਾਏ ਨਾ ਲਿਆਏ ਨਕੇ ਤੂੰ। ਕਦੀ ਵੀ ਨਹੀਂ ਤੁਸੀਂ ਵੀ ਇੰਨਾ ਸਾਡੇ ਪਿਤਾ ਜੀ ਕਹਿੰਦੇ ਕਮਾ ਕੇ ਕੁਝ ਲੈ ਆਵਾਂ, ਘਰ ਵਿੱਚ ਤੇ ਖੱਟੀ ਕਮਾਈ ਕਰਕੇ ਕਦੀ ਨਹੀਂ ਤੁਸੀਂ ਲਿਆਂਦੀ। ਜਨਕ ਬਚਨ ਤੂਸ਼ਨ ਕਰ ਸੁਨਿਆ। ਪਿਤਾ ਜੀ ਦੇ ਬਚਨ ਸਤਿਗੁਰ ਜੀ ਨੇ ਚੁੱਪ ਕਰਕੇ ਸਾਰੇ ਸੁਣ ਲਏ ਹਨ। ਜਿਉ ਅਡੋਲ ਬੈਠੈ ਵੱਡ ਮੁਨੀਆ। ਮਹਾਰਾਜ ਜੀ ਨੇ ਪਿਤਾ ਜੀ ਦੇ ਬਚਨ ਤੇ ਐਵੇਂ ਸੁਣ ਲਏ ਜਿਵੇਂ ਕੋਈ ਬੜਾ ਵੱਡਾ ਮੁਨੀ ਅਡੋਲ ਬੈਠਾ ਹੋਵੇ ਸਮਾਧੀ ਵਿੱਚ। ਉਹ ਬਿਦ ਕੀ ਕਹਿ ਗਿਰਾ ਕਠੋਰਾ। ਬਹੁਤ ਤਰ੍ਹਾਂ ਦੀ ਬਾਬਾ ਕਲਿਆਣ ਚੰਦ ਜੀ ਸਖਤ ਤੋਂ ਸਖਤ ਬੋਲ ਬਚਨ ਕਹਿੰਦੇ ਗਏ ਮਹਾਰਾਜ ਜੀ ਨੂੰ। ਤੂਸ਼ਨ ਭਾ ਜਿਸ ਰੋਸ ਨ ਥੋਰਾ। ਜਿਸ ਬਾਬਾ ਕਲਿਆਣ ਚੰਦ ਨੂੰ ਗੁੱਸਾ ਥੋੜਾ ਨਹੀਂ ਹੈ, ਬਹੁਤ ਜ਼ਿਆਦਾ ਹੀ ਹੈ ਗੁੱਸਾ ਚੜਿਆ ਹੋਇਆ।
ਅਖੀਰੀ ਚੁੱਪ ਕਰ ਗਏ ਵੀ ਮੈਂ ਤਾਂ ਇੰਨਾ ਬੋਲ ਰਿਹਾ, ਇਹਦੇ ਅੱਗੋਂ ਕੋਈ ਜਵਾਬ ਨਹੀਂ ਦਿੰਦੇ। ਘਟਿਕਾ ਯੁਗਲ ਬਤੀਤੀ ਜਬ ਹੀ, 2 ਘੜੀਆਂ ਜਦੋਂ ਬਤੀਤ ਹੋ ਗਈਆਂ, ਲੰਘ ਗਈਆਂ। ਤਪਤ ਹਿਰਦਾ ਸੀਤਲ ਤਬ ਹੀ, ਜਿਹੜਾ ਤਪਦਾ ਹਿਰਦਾ ਸੀ ਜਦੋਂ ਠੰਡਾ ਹੋ ਗਿਆ। ਪਿਤਾ ਜੀ ਜਦੋਂ ਬੋਲ ਬਾਲ ਕੇ ਚੁੱਪ ਕਰ ਗਏ। ਬਹੁਰ ਬੋਲੇ ਬੋਲ ਅਮੋਲਾ, ਗੁਰੂ ਨਾਨਕ ਸਾਹਿਬ ਜੀ ਜਿਹੜੇ ਮੁੱਲ ਤੋਂ ਰਹਿਤ ਅਮੋਲਕ ਬਚਨ ਹੈ ਨਾ, ਉਹ ਫਿਰ ਬੋਲੇ ਮੁਖੋਂ। ਜਨ ਕਾਲੂ ਸੁਖ ਕੁਲਫਹਿ ਖੋਲਾ, ਮਾਨੋ ਕਿ ਬਾਬਾ ਕਲਿਆਣ ਚੰਦ ਵਾਸਤੇ ਦੇ ਸੁੱਖਾਂ ਦਾ ਤੇ ਜਿੰਦਰਾ ਹੀ ਖੋਲ ਦਿੱਤਾ, ਜਿਹੜਾ ਗੁਰੂ ਜੀ ਨੇ ਬਚਨ ਬੋਲੇ ਹੈ। ਬਖਸ਼ ਖਤਾ ਪਿਤ ਪਾਸ਼ਲ ਕੇਰੀ, ਸਤਿਗੁਰੂ ਜੀ ਕਹਿਣ ਲੱਗੇ ਐ 2 ਘੜੀਆਂ ਬੀਤ ਗਈਆਂ, 48 ਮਿੰਟ ਬਾਅਦ ਗੁਰੂ ਜੀ ਬੋਲੇ ਐ, ਪਿਤਾ ਜੀ ਜਿਹੜੀਆਂ ਪਿੱਛੇ ਕੋਈ ਗਲਤੀਆਂ ਹੋ ਗਈਆਂ, ਭੁੱਲਾਂ ਮੇਰੀਆਂ ਬਖਸ਼ ਦਿਓ। ਨਹੀਂ ਬਿਗਾਰੋ ਕਾਰਜ ਫੇਰੀ, ਪਿਤਾ ਜੀ ਜਿਹੜੇ ਪਿੱਛੇ ਕੋਈ ਕੰਮ ਵਿਗੜ ਗਏ, ਮੇਰੇ ਕੋ ਭੁੱਲਾਂ ਹੋ ਗਈਆਂ, ਉਹ ਬਖਸ਼ ਦਿਓ। ਅੱਜ ਤੋਂ ਮੈਂ ਘਰ ਦਾ ਕੰਮ ਕੋਈ ਨਹੀਂ ਵਿਗਾੜਾਂਗਾ। ਜਿਉ ਰਾਵਰ ਕੀ ਹੋਏ ਰਜਾਈ, ਜਿਵੇਂ ਆਪ ਜੀ ਦੀ ਆਗਿਆ ਹੋਵੇ ਉਹ ਸਿਰ ਮੱਥੇ ਸਾਡੇ, ਤਿਉ ਮੈਂ ਕਰਹਾਂ ਪ੍ਰੀਤ ਲਗਾਈ। ਜਿਹੜਾ ਤੁਸੀਂ ਆਗਿਆ ਕਰੋਗੇ ਵੀ ਫਲਾਣਾ ਕੰਮ ਸੁਪੁੱਤਰ ਜੀ ਕਰੋ, ਪਿਤਾ ਜੀ ਮੈਂ ਬੜਾ ਪ੍ਰੇਮ ਪਿਆਰ ਨਾਲ ਕਰਾਂਗਾ ਅੱਗੇ ਹੋ ਕੇ। ਉਚਿਤ ਕਰਨ ਕੇ ਮੋਕੋ ਜੋ, ਉਚਿਤ ਕਰਨ ਕੇ ਮੋਕੋ ਜੋ, ਪਿਤਾ ਜੀ ਜਿਹੜਾ ਕੰਮ ਮੇਰੇ ਕਰਨ ਯੋਗ ਹੈ, ਅਬ ਕਹੀਏ ਕਰਹਾਂ ਮੈਂ ਸੋ, ਉਹ ਮੈਨੂੰ ਹੁਣ ਕਹਿ ਦਈਏ ਮੈਂ ਉਹੀ ਕੰਮ ਕਰਾਂਗਾ। ਮ੍ਰਿਦੁਲ ਮధుਰ ਨਮਰੀ ਸੁਨ ਬਾਣੀ, ਮਿੱਠੇ ਤੇ ਕੋਮਲ ਸਤਿਗੁਰ ਜੀ ਦੀ ਨਿਮਰਤਾ ਵਾਲੀ ਬਾਣੀ ਸੁਣੀ ਜਦੋਂ ਪਿਤਾ ਜੀ ਨੇ। ਪੀ ਕਾਲੂ ਕੇ ਮਨ ਸੁਖਦਾਨੀ, ਬਾਬਾ ਕਾਲੂ ਜੀ ਦੇ ਮਨ ਨੂੰ ਬੜੀ ਸੁਖ ਦੇਣ ਵਾਲੀ ਹੋਈ ਉਹ ਬਾਣੀ ਬਚਨ। ਜਾਨ ਆਪਣੇ ਸੁਤ ਅਨਸਾਰੀ, ਆਪਣੇ ਆਗਿਆ ਅਨੁਸਾਰ ਸੁਪੁੱਤਰ ਗੁਰੂ ਨਾਨਕ ਸਾਹਿਬ ਜੀ ਨੂੰ ਜਾਣ ਕੇ ਵੀ ਇਹ ਤੇ ਸਾਡਾ ਬਚਨ ਮੰਨ ਗਏ ਹੈ। ਧਨ ਖਾਟਨ ਕੀ ਗਿਰਾ ਉਚਾਰੀ, ਇਹ ਕਹਿੰਦੇ ਆ ਵੀ ਹੁਣ ਧਨ ਖੱਟਾਂਗੇ, ਤੁਹਾਡੀ ਆਗਿਆ ਅਨੁਸਾਰ ਚੱਲਾਂਗੇ। ਬੜੇ ਖੁਸ਼ ਹੋਏ। ਜਾਂ ਐਵੇਂ ਜਦੋਂ ਸੁਣ ਲਿਆ ਵੀ ਪੁੱਤਰ ਸਾਡੇ ਅਨੁਸਾਰ ਹੀ ਹੋਏ, ਜਿਹੜਾ ਪੈਸਾ ਖੱਟੀ ਕਮਾਉਣ ਦੀ ਜਿਹੜੀ ਬੋਲੀ ਹੈ ਨਾ ਬਾਣੀ, ਉਹ ਫਿਰ ਉਚਾਰੀ ਪਿਤਾ ਜੀ ਨੇ। ਸੋਨਾ ਸੁਤ ਪੂਰਬ ਪਾਕ ਰਖ ਕਾਰੀ, ਪੁੱਤਰ ਵੇਖ ਪਹਿਲਾਂ ਤੈਨੂੰ ਆ 1.25 ਮਣ ਬੀਜ ਦਿੱਤਾ ਸੀ ਕਿ ਇੱਕ ਦਾਸ ਲੈ ਜਾ ਖੇਤੀ ਬੀਜ ਖੇਤੀ ਕਰ। ਬਸ ਚਰਾਏ ਸੋ ਦੀਨ ਉਜਾਰੀ, ਖੇਤੀ ਕਰ ਲਈ ਤੁਹਾਨੂੰ ਪਹਿਲਾਂ ਭੇਜਿਆ ਹੋਇਆ ਸੀ, ਉਹ ਤੁਸਾਂ ਨੇ ਚੰਗੀ ਭਲੀ ਫਸਲ ਹੋਈ, ਕਿੰਨੀ ਸੋਹਣੀ ਹਰਿਆਲੀ ਸੀ, ਸੰਘਣੀ ਫਸਲ ਸੀ, ਖੋਤੇ ਘੋੜੇ ਗਧੇ ਹਿਰਨ ਬਿਠਾ ਕੇ ਸਾਰੀ ਚਾਰ ਕੇ ਉਜਾੜ ਦਿੱਤੀ, ਤੁਸਾਂ ਨੇ ਨੁਕਸਾਨ ਹੀ ਕੀਤਾ ਘਰ ਦਾ। ਮੁਝ ਮਨ ਮੈਂ ਥੀ ਐਸ ਵਿਚਾਰਾ, ਮੇਰੇ ਮਨ 'ਚ ਤੇ ਐਸੀ ਪੁੱਤਰ ਵਿਚਾਰ ਸੀ, ਉਹ ਖੇਤੀ ਲਹਿਰਾਉਂਦੀ ਵੇਖ ਕੇ ਕਿ ਬੜੀ ਸੰਘਣੀ ਜ਼ਮੀਨ ਦੇ ਵਿੱਚ ਖੇਤੀ ਹੋਈ ਹੈ। ਦਿਉ ਬਸਾਏ ਇੱਕ ਗ੍ਰਾਮ ਨਿਰਾਰਾ, ਵੀ ਜੇ ਇਵੇਂ ਖੇਤੀ ਹੁੰਦੀ ਰਹੀ, ਮੇਰੇ ਸਪੁੱਤਰ ਕੰਮ ਕਰਦੇ ਰਹੇ, ਇੱਕ ਮੈਂ ਵੱਖਰਾ ਹੀ ਪਿੰਡ ਬਹੁਤੇ ਦਾਸ ਬਹੁਤੇ ਖੇਤ ਦੇ ਕੇ ਵਸਾ ਦਿਆਂਗਾ। ਸੋ ਤੋ ਰਹੇ ਮਨੋਰਥ ਮੇਰੇ, ਪੁੱਤਰ ਤੂੰ ਖੋਤਿਆਂ ਘੋੜਿਆਂ ਨੂੰ ਖੇਤੀ ਸਾਰੀ ਚਰਾ ਦਿੱਤੀ, ਮੇਰੇ ਜਿੰਨੇ ਕੀਤੇ ਹੋਏ ਖਿਆਲ ਮਨੋਰਥ ਸੀ ਨਾ ਉਹਦੇ ਮੇਰੇ ਮਨ 'ਚ ਹੀ ਰਹਿ ਗਏ। ਪੰਗਤ ਕਹਿ ਜੋ ਗਿਰ ਸਿਰ ਹੇਰੇ, ਦੁਬਾਰਾ ਪੜ। ਪੰਗਤ ਕਹਿ ਜੋ ਗਿਰ ਸਿਰ ਹੇਰੇ, ਉਹ ਮੇਰੇ ਮਨੋਰਥ ਮਨ ਵਿੱਚ ਐਵੇਂ ਰਹਿ ਗਏ ਜਿਵੇਂ ਪਿੰਗਲਾ ਪਹਾੜ ਦੀ ਚੋਟੀ ਵੱਲ ਵੇਖੇ ਕਿ ਮੈਂ ਪਹਾੜ ਤੇ ਚੜ ਜਾਵਾਂ, ਪਰ ਉਹ ਪਿੰਗਲਾ ਵਿਚਾਰਾ ਕਿੱਥੋਂ ਚੜੇ। ਪੁੱਤਰ ਮੇਰੇ ਖਿਆਲ ਤੇ ਐਵੇਂ ਰਹਿ ਗਏ ਮਨ ਦੇ, ਮਨ ਸਾਰਾ ਪਾਣੀ ਫੇਰ ਦਿੱਤਾ, ਨੁਕਸਾਨ ਹੀ ਕੀਤਾ ਘਰ ਦਾ। ਮੁਝ ਤੇ 20 ਕਾਰ ਖਿਕ ਲੀਜਾ, ਹੁਣ ਮੈਂ ਤੁਹਾਨੂੰ ਕਹਿਣਾ ਤੁਸੀਂ ਵਣਜ ਵਪਾਰ ਕਰੋ, ਮੇਰੇ ਤੋਂ 20 ਰੁਪਏ ਲੈ ਲਓ। ਆਨ ਸਥਾਨ ਪਿਆਨੋ ਕੀਜੈ, ਉਸ ਸਮੇਂ ਕੋਈ 20 ਰੁਪਏ ਨਹੀਂ ਸੀ, ਉਹਦੇ 20 ਅਰਬ ਰੁਪਏ ਸਨ। ਸੱਚੇ ਪਾਤਸ਼ਾਹ ਜੀ ਦੇ ਉਹਨਾਂ 20 ਰੁਪਈਆਂ ਕਰਕੇ ਅੱਜ ਅਸੀਂ ਛਕੀ ਛਕਾਈ ਜਾ ਰਹੇ ਹਾਂ, ਦੂਜਿਆਂ ਨੂੰ ਖਵਾ ਰਹੇ ਹਾਂ। ਉਸ ਸਮੇਂ ਦੇ 20 ਰੁਪਏ ਬਹੁਤ ਜ਼ਿਆਦਾ ਸਨ, ਤਾਂ ਹੀ
ਪਿਤਾ ਜੀ ਨੇ ਕਿਹਾ ਕਿ ਸੁਪੁੱਤਰ ਜੀ ਸਾਡੇ ਤੋਂ 20 ਰੁਪਏ ਲੈ ਲਓ ਤੁਸੀਂ। ਹੀਰ ਲਾਭ ਆਨ ਸਥਾਨ ਭਿਆਨੋ ਕੀਜੈ। ਹੋਰ ਸਥਾਨ ਤੇ ਤੁਸੀਂ ਆ ਚਲੇ ਜਾਓ ਵਪਾਰ ਕਰਨ ਵਾਸਤੇ। ਹੀਰ ਲਾਭ ਦਾ ਵਸਤ ਵਿਚਾਰੀ। ਵਸਤੂ ਨੂੰ ਵਿਚਾਰ ਕੇ ਵੇਖਣਾ ਵੀ ਇਹ ਵਸਤੂ ਜੋ ਕੋਈ ਨਫਾ ਲਾਭ ਹੁੰਦਾ ਕਿ ਨਹੀਂ ਹੁੰਦਾ। ਨਫਾ ਲਾਭ ਵੇਖ ਕੇ ਵਸਤੂ ਨੂੰ ਵਿਚਾਰ ਦੇਖ ਕੇ। ਬਨਜਹੁ ਨਿਜ ਮਤ ਕੈ ਅਨਸਾਰੀ। ਆਪਣੀ ਮਤ ਦੇ ਅਨੁਸਾਰ ਦਾ ਵਪਾਰ ਕਰੋ। ਇੱਧਰੋਂ ਲੈ ਲਓ ਥੋੜੇ ਪੈਸਿਆਂ ਤੇ ਅਗਲੇ ਪਾਸੇ ਜ਼ਿਆਦੇ ਪੈਸਿਆਂ ਤੇ ਉਹਨੂੰ ਦਿਓ। ਇਵੇਂ ਵਣਜ ਵਪਾਰ ਕਰੋ। ਅਬ ਕੇ ਜੇ ਆਨਹੁ ਸ਼ੁਭ ਸੌਦਾ। ਜੇ ਤੁਸਾਂ ਨੇ ਚੰਗਾ ਸੌਦਾ ਵਪਾਰ ਕਰਕੇ ਇਸ ਵਾਰ ਕਮਾਈ ਕਰਕੇ ਲੈ ਆਏ। ਪੁਨ ਬਹੁ ਧਨ ਦਿਓ ਔਰ ਪਰਮੋਦਾ। ਆਪਣੇ ਹਿਰਦੇ 'ਚ ਬੜੀ ਖੁਸ਼ੀ ਭਰ ਕੇ ਪੁੱਤਰ ਜੀ ਤੁਹਾਨੂੰ ਫਿਰ ਤੇ ਬਹੁਤਾ ਗੱਫਾ ਮਾਇਆ ਦਾ ਮੈਂ ਦਿਆਂਗਾ ਕਿ ਹੋਰ ਵੱਡਾ ਵਪਾਰ ਕਰੋ ਤੁਸੀਂ। ਨਿਜ ਪੂੰਜੀ ਤੁਮ ਰੱਖੋ ਨਿਰਾਲੀ। ਜਿਹੜੀ ਬਾਕੀ ਤੁਸੀਂ ਵਪਾਰ ਕਰਕੇ ਖੱਟੀ ਕਮਾਈ ਕਰੋਗੇ ਆਪਣਾ ਖਾਤਾ ਵੱਖਰਾ ਰੱਖਿਓ, ਆਪਣੀ ਮਾਇਆ ਤੁਸੀਂ ਵੱਖਰੀ ਰੱਖਿਓ। ਕਰਹੁ ਬਨਜ ਇਹ ਰੀਤ ਸੁਖਾਲੀ। ਇਸ ਰੀਤੀ ਨਾਲ ਬੜੇ ਸੁਖਾਲੇ ਤਰੀਕੇ ਨਾਲ ਤੁਸੀਂ ਵਣਜ ਵਪਾਰ ਕਰੋ। ਦਿਨ ਪ੍ਰਤ ਦਰਬ ਬਧਾਵਹੁ ਭਾਰੀ। ਪੁੱਤਰ ਪਿੱਛੇ ਨਹੀਂ ਪੈਣਾ ਹੈ ਦੂਸਰਿਆਂ ਨੂੰ। ਪੈਸਾ ਰਾਤ ਦਿਨ ਕਰਕੇ ਬਹੁਤਾ ਹੀ ਪੈਦਾ ਕਰੋ। ਪਤਾ ਲੱਗੇ ਬੜੇ ਕਮਾਓ ਤੁਸੀਂ। ਬਹਰ ਸਪੂਤ ਕਹਿ ਨਰ ਨਾਰੀ। ਜਦੋਂ ਪੈਸਾ ਕਮਾਓਗੇ ਲੋਕ ਪੈਸਾ ਵੇਖਦੇ ਐ। ਰਾਏ ਭੋਈ ਤਲਵੰਡੀ ਦੇ ਇਸਤਰੀਆਂ ਮਰਦ ਕਹਿਣਗੇ ਵੀ ਇਹਦੇ ਸਕਾਲੂ ਦੇ ਘਰ ਸੁਪੁੱਤਰ ਹੋਇਆ ਮਹਾਨ। ਬਾਲਾ ਲਿਹੋ ਦੂਸਰਾ ਸੰਗਾ। ਭਾਈ ਬਾਲਾ ਜੋ ਤੁਹਾਡੇ ਤੋਂ ਥੋੜੇ ਵੱਡੇ ਆ 3 ਕੁ ਸਾਲ ਉਹਨਾਂ ਨੂੰ ਨਾਲ ਲੈ ਲਓ। ਸੁਤ ਜਾਵਹੁ ਅਬ ਸਹਿਤ ਉਮੰਗਾ। ਬੜੀ ਖੁਸ਼ੀ ਉਤਸ਼ਾਹ ਦੇ ਨਾਲ ਪੁੱਤਰ ਜੀ ਤੁਸੀਂ ਵਣਜ ਵਪਾਰ ਕਰੋ। ਭਾਈ ਬਾਲਾ ਜੀ ਨੂੰ ਤੁਹਾਡੇ ਨਾਲ ਭੇਜ ਦਿੰਦੇ ਆ। ਸੱਚਾ ਖਰਾ ਸੌਦਾ ਕਰੋ। ਭਾਈ ਬਾਲਾ ਜੀ ਨੂੰ ਜਿਵੇਂ ਬੁਲਾਇਆ ਹੈ ਬਾਬਾ ਕਲਿਆਣ ਚੰਦ ਜੀ ਨੇ ਗੁਰੂ ਨਾਨਕ ਸਾਹਿਬ ਜੀ ਨਾਲ ਜਿਵੇਂ ਭੇਜਿਆ ਹੈ ਉਹ ਪ੍ਰਸੰਗ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਹੁਣ ਇੱਥੇ ਆਪਾਂ ਸਮਾਪਤੀ ਕਰੀਏ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ਨਾਰ ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖਿਮਾ ਵਿਚਾਰਾਂ ਦੀ ਸਮਾਪਤੀ ਹੈ। ਦਿਨ ਪ੍ਰਤ ਦਰਬ ਬਧਾਵਹੁ ਭਾਰੀ। ਬਹਰ ਸਪੂਤ ਕਹਿ ਨਰ ਨਾਰੀ। ਬਾਲਾ ਲਿਹੋ ਦੂਸਰਾ ਸੰਗਾ। ਸੁਤ ਜਾਵਹੁ ਅਬ ਸਹਿਤ ਮੰਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।